जय गुरदेव, धन गुरदेव, जय वाल्मीकि, जय भीम, जय भारत। हरेक वीरवार की तरह तुहाडे रूबरू हो रहे हैं कौम की सोच लैके आज़ाद टीवी के उत्ते। तो आओ असी सतगुरु दास महाराज उठ आसरा लैके पहला प्रोग्राम की शुरुआत करते हैं। साडा मकसद किसी दी भावना नूं ठेस पहुँचाउणा नहीं, साडा मकसद है समाज में हो रही गतिविधियां नूं तुहाडे तक पहुँचाउणा। तो जिस तरह के तुहानूं पता लास्ट वीक भी असी प्रोग्राम किया है जिहड़ा वीरवार का कि जो दिल्ली दे विच सतगुरु दास महाराज के मंदिर के नाल छेड़छाड़ हो रही है उसके बारे ही असी लास्ट वीक गल की सी। इस वीक भी असी उही गल करांगे, उसके उत्ते मुद्दे ते गल करांगे क्योंकि मुद्दा बहुत गंभीर है। उसके उत्ते हाले तक कोई हल नहीं हो रहा, मीटिंगां चल रही हैं। तो आओ पहले एक गीत सुनते हैं, उस तो बाद असी इस मुद्दे ते गल करांगे। जिस भी मेरे भैन भरा ने कॉल करनी होवे 0203 630 0610 के उत्ते तुसीं सानूं लाइव कॉल कर सकते हो जी। सुत्ती कौम दी अणख है जाग चुकी, पूरा कर लो मिशन नू उकड़ा नहीं। मर जाना जा मारांगे जालमां नू, अगे जबर दे कदे भी झुकना नहीं, अगे जबर दे कदे भी झुकना नहीं। जो बोले सो निर्भय, श्री गुरु रविदास महाराज की जय। एक गल तां हुण हो गई पक्की, कर गई साडी कौम तरक्की।
ਜੈ ਗੁਰਦੇਵ ਧੰਨ ਗੁਰਦੇਵ। ਹੁਣ ਤੁਸੀਂ ਇੱਕ ਗੀਤ ਸੁਣਿਆ ਬਲਵੀਰ ਰਾਗਨੀ ਨੇ, ਬੜੇ ਹੀ ਜਜ਼ਬਾਤੀ ਗੀਤ ਆ, ਜਿਸ ਦੇ ਵਿੱਚ ਉਸਨੇ ਕਿਹਾ ਅੱਗੇ ਜ਼ਬਰ ਦੇ ਕਦੇ ਵੀ ਝੁਕਣਾ ਨਹੀਂ, ਕਿ ਜਿਸ ਤਰ੍ਹਾਂ ਤੁਗਲਕਾ ਬਾਗ ਦੇ ਵਿੱਚ ਦਿੱਲੀ ਦੇ ਵਿੱਚ ਜੋ ਸਤਿਗੁਰੂ ਦਾਸ ਮਹਾਰਾਜ ਦੇ ਮੰਦਿਰ ਨੂੰ ਹਾਨੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਾਂ ਉਸ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ, ਸਾਧੂ ਸਮਾਜ ਔਰ ਜਿੰਨੀਆਂ ਵੀ ਭਾਰਤ ਦੇਸ਼ ਦੀਆਂ ਜਥੇਬੰਦੀਆਂ ਹਨ, ਚਾਹੇ ਉਹ ਭਾਰਤ ਦੇਸ਼ ਦੀ ਗੱਲ ਕਰੀਏ, ਚਾਹੇ ਬਾਹਰਲੇ ਫੋਰਨਰ ਕੰਟਰੀਆਂ ਦੀ ਗੱਲ ਕਰੀਏ, ਸਾਰੇ ਜਥੇਬੰਦੀਆਂ ਔਰ ਸਾਰੇ ਹੀ ਜਿੰਨੇ ਵੀ ਸਭਾ ਸੁਸਾਇਟੀਆਂ ਹਨ, ਉਹਨਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ ਕਿ ਇਹ ਜਿਹੜੀ ਚੀਜ਼ ਹੈ ਸਤਿਗੁਰੂ ਦਾਸ ਮਹਾਰਾਜ ਦੇ ਮੰਦਿਰ ਨੂੰ ਕਿਸੇ ਨੂੰ ਹੱਥ ਨਹੀਂ ਲਾਉਣ ਦਿੱਤਾ ਜਾਵੇਗਾ। ਤੇ ਉਹ ਆਪਣੇ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਆਪਣੀਆਂ ਮੀਟਿੰਗਾਂ ਕਰ ਰਹੇ ਹਨ। ਜਿਸ ਤਰ੍ਹਾਂ ਕਿ ਹੁਣੇ ਅੱਜ ਮੈਨੂੰ ਪਤਾ ਲੱਗਾ ਆ ਕਿ 11 ਤਰੀਕ ਨੂੰ ਜਿਹੜੀ ਮੀਟਿੰਗ ਆ, ਇਸ ਵੇਲੇ ਸਪੈਸ਼ਲ ਮੀਟਿੰਗ ਜਿਹੜੀ ਆ ਉਹਨੇ ਐਤਵਾਰ ਨੂੰ ਰੱਖੀ ਆ, ਉਸ ਦੇ ਵਿੱਚ ਉਹਨਾਂ ਨੇ ਸਾਰੇ ਸਮਾਜ ਨੂੰ ਸੱਦਾ ਪੱਤਰ ਦਿੱਤਾ ਹੈ 11 ਵਜੇ ਐਤਵਾਰ ਵਾਲੇ ਦਿਨ, 7 ਤਰੀਕ ਨੂੰ ਐਤਵਾਰ ਵਾਲੇ ਦਿਨ ਉਹ ਜਿਹੜੀ ਮੀਟਿੰਗ ਆ ਉਹ ਆਰ ਪਾਰ ਦੀ ਮੀਟਿੰਗ ਹੋਵੇਗੀ। ਉਸ ਦੇ ਵਿੱਚ ਜਿਹੜੀ ਆ ਦਿੱਲੀ ਦੇ ਵਿੱਚ ਹੋ ਰਹੀ ਆ, ਦਿੱਲੀ ਜਿਹੜਾ ਗੁਰੂ ਘਰ ਆ, ਜਿਹੜਾ ਮੰਦਿਰ ਆ, ਉਸ ਦੇ ਵਿੱਚ ਮੀਟਿੰਗ ਕੀਤੀ ਜਾ ਰਹੀ ਹੈ। ਕੱਲ੍ਹ ਉੱਥੇ ਸਾਧੂ ਸਮਾਜ ਦੇ ਵਿੱਚੋਂ ਜਿਹੜੇ ਸਾਧੂ ਸੰਪਰਦਾਇਕ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਜੀ ਭਾਰੋ ਮਜਾਰਾ ਵਾਲੇ ਔਰ ਹੋਰ ਸਾਧੂ ਸਮਾਜ ਔਰ ਸਾਰੀਆਂ ਜਥੇਬੰਦੀਆਂ ਜੋ ਪੰਜਾਬ ਦੀਆਂ ਜਾਂ ਆਲੇ ਦੁਆਲੇ ਦੇ ਭਾਰਤ ਦੇਸ਼ ਦੀ ਕੰਟਰੀ ਦੇ ਜਿੱਥੇ ਜਿੱਥੇ ਦੇ ਵੀ ਹੈਗੇ ਸਤਿਗੁਰੂ ਦਾਸ ਮਹਾਰਾਜ ਦੇ ਪੈਰੋਕਾਰ ਹਨ, ਭਗਵਾਨ ਵਾਲਮੀਕ ਦੇ ਪੈਰੋਕਾਰ ਹਨ, ਬਾਬਾ ਸਾਹਿਬ ਦੇ ਪੈਰੋਕਾਰ ਹਨ, ਉੱਥੇ ਪਹੁੰਚੇ ਹਨ। ਲੇਕਿਨ ਉਹਨਾਂ ਨੇ ਮੀਟਿੰਗ ਦੇ ਵਿੱਚ ਕੋਈ ਐਸਾ ਹਾਲੇ ਤੱਕ ਇਹ ਜ਼ਰੂਰ ਹੈ, ਕੁਲਵੰਤ ਜੀ ਨੇ ਪ੍ਰਧਾਨ ਜੀ ਨੇ ਕੁਲਵੰਤ ਰਾਮ ਭਾਰੋ ਮਜਾਰਾ ਜੀ ਨੇ ਪ੍ਰਧਾਨ ਜੀ ਨੇ ਕਿਹਾ ਕਿ ਜੇ ਅਸੀਂ ਹੱਥ ਜੋੜਨਾ ਜਾਣਦੇ ਹਾਂ ਤੇ ਅਸੀਂ ਹੱਥ ਚੁੱਕਣਾ ਵੀ ਜਾਣਦੇ ਹਾਂ। ਤੇ ਉਹਨਾਂ ਨੇ ਇਹ ਖੁੱਲ੍ਹੀ ਲਲਕਾਰ ਗੌਰਮੈਂਟ ਨੂੰ ਦਿੱਤੀ ਆ ਕਿ ਜੇ ਸਤਿਗੁਰੂ ਦਾਸ ਮਹਾਰਾਜ ਦੇ ਮੰਦਿਰ ਨੂੰ ਕਿਸੇ ਨੇ ਵੀ ਹੱਥ ਲਾਇਆ ਤੇ ਜਿਹੜਾ ਰਵਿਦਾਸੀਆ ਸਮਾਜ ਹੀ ਨਹੀਂ, ਜਿੰਨਾ ਵੀ SC ST OBC ਜਿੰਨਾ ਵੀ ਹੈ ਸਮਾਜ ਜਿਹੜਾ ਉਹ ਸੜਕਾਂ ਦੇ ਉੱਤੇ ਆ ਜਾਵੇਗਾ। ਤੇ ਮੇਰੇ ਨਾਲ ਮੇਰੇ ਵੀਰ ਰਵਿੰਦਰ ਚੌਹਾਨ ਜੀ, ਜੈ ਗੁਰਦੇਵ ਜੀ। ਧੰਨ ਗੁਰਦੇਵ। ਤੇ ਨਾਲ ਹੀ ਸਾਡੇ ਡਾਕਟਰ ਬੋਰਕਰ ਜੀ, ਸ਼੍ਰੀਕਾਂਤ ਬੋਰਕਰ ਜੀ, ਜੈ ਗੁਰਦੇਵ, ਜੈ ਪੀ। ਤੇ ਤੁਸੀਂ ਗੱਲ ਸੁਣੀ ਆ ਜਿਹੜੀ ਲਾਸਟ ਵੀਕ, ਅਸੀਂ ਇੱਕ ਕਾਲ ਆਈ ਹੈ, ਲੈ ਲਈਏ ਚੌਹਾਨ ਜੀ ਪਹਿਲਾਂ। ਹੈਲੋ ਜੈ ਗੁਰਦੇਵ ਜੀ। हेलो नमस्कार जी, मैं सुंदर बोल रहा हूँ। हाँ जी भाजी। अच्छा मेरी गल सुनो, जेड़ा तुसी नहीं सॉरी भाजी, सॉरी थैंक यू भाजी, जेड़ा मुद्दे दी गल है उत्ते जे गल करनी तो तुसी गल कर सकदे, नहीं तो सॉरी प्लीज, थैंक यू। हाँ जी चौहान जी। ਸਭ ਤੋਂ ਪਹਿਲਾਂ जी ਜਾਤੀ ਵੀ ਦੇਖਦੇ ਸਾਰੇ ਭੈਣਾਂ ਭਰਾਵਾਂ ਨੂੰ ਜੈ ਗੁਰਦੇਵ, ਧੰਨ ਗੁਰਦੇਵ, ਜੈ ਭਾਰਤ, ਜੈ ਵਾਲਮੀਕੀ ਜੀ। ਇਹ ਜਿਹੜਾ ਇੱਕ ਭਖਤ ਦਾ ਮੁੱਦਾ जी ਸਾਡੇ ਸਾਹਮਣੇ ਆਇਆ, ਇਸ ਨੂੰ ਅਸੀਂ ਪਿਛਲੇ ਵੀਕ ਵੀ ਇਸ ਨੂੰ ਤੁਹਾਡੇ ਨਾਲ ਰੂਬਰੂ ਕੀਤਾ ਸੀ। जी ਅੱਜ ਲੋੜ ਹੈ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਇਹ ਮੀਡੀਆ ਰਾਹੀਂ ਤੁਹਾਡੇ ਘਰ ਘਰ ਬੈਠਿਆਂ ਦੀ ਖਬਰ ਦੇ ਰਹੇ ਹਾਂ। जी ਇਹ ਸਿਰਫ SC ST ਜਾਂ ਉਹਨਾਂ ਦਾ ਮਾਮਲਾ ਨਹੀਂ, ਇਹ ਇੱਕ ਅੱਗ ਗਾਹਾਂ ਨੂੰ ਵੀ ਭਖ ਸਕਦੀ ਹੈ ਜੇ ਅਸੀਂ ਇਸ ਨੂੰ ਕੰਟਰੋਲ ਦੇ ਵਿੱਚ ਨਹੀਂ ਕੀਤਾ ਨਾ। ਇਹ ਗੱਲ ਚੱਲਦੀ ਆ ਸਕਦੀ ਹੈ। ਇਹੋ ਜਿਹੀਆਂ ਮੰਦਰਾਂ ਨੂੰ ਢਾਉਣਾ, ਮਸਜਿਦਾਂ ਬਣਾਉਣਾ ਜਾਂ ਇਸ ਤਰ੍ਹਾਂ ਗੱਲਾਂ ਜਿਹੜਾ ਕਿ ਇਹ ਕਈਆਂ ਚਿਰਾਂ ਤੋਂ ਪਹਿਲਾਂ ਵੀ ਚੱਲਦੀਆਂ ਆ ਰਹੀਆਂ ਨੇ। ਅਸੀਂ ਹੁਣੇ ਇਲੈਕਸ਼ਨਾਂ ਵਿੱਚ ਹੀ ਲੰਘੇ ਹਾਂ, ਇਲੈਕਸ਼ਨਾਂ ਦੇ ਵਿੱਚ ਵੀ ਇਹ ਕਈ ਮੁੱਦੇ ਆਏ ਸਾਹਮਣੇ। ਅਸੀਂ ਉੱਥੇ ਕੀ ਮਸਜਿਦ ਬਣਾਉਣੀ, ਮਸਜਿਦ ਨਹੀਂ ਬਣਾਉਣੀ, ਲੋਕਾਂ ਦੀਆਂ ਭਾਵਨਾ ਨੂੰ ਟੁੰਬ ਕੇ ਸੀ ਨਾ, ਇੱਕ ਭਾਵਨਾ ਨੂੰ ਛੇੜ ਕੇ, ਕਿਉਂਕਿ ਹਰ ਇੱਕ ਕਿਸੇ ਨਾ ਕਿਸੇ ਇਹ ਧਰਮ ਦੇ ਨਾਲ ਕਹਿ ਸਕਦੇ ਆ, ਕਿਸੇ ਮਜ਼ਹਬ ਦੇ ਨਾਲ ਕਹਿ ਸਕਦਾ, ਕਿਸੇ ਇਸ ਦੇ ਨਾਲ ਕਹਿ ਸਕਦਾ, ਕਿਸੇ ਵੀ ਵਿਚਾਰਧਾਰਾ ਨਾਲ ਜੁੜੇ ਹੋਏ ਹਨ। ਅਸੀਂ ਉਹਨਾਂ ਨੂੰ, ਸਾਡੇ ਸਿਆਸੀ ਲੋਕ ਜਿਹੜੇ ਕਿ ਏਜੰਸੀਆਂ ਇਹ ਕੰਮ ਕਰਦੀਆਂ ਹਨ, ਉਹਨਾਂ ਨੂੰ ਪਤਾ ਵੀ ਕਿੱਥੇ ਕਿਹੜੀ ਗੱਲ ਟੁੰਬ ਕੇ, ਕਿਹੜੀ ਗੱਲ ਛੇੜ ਕੇ ਅਸੀਂ ਇਹ ਗੋਟਾ ਲੈਣੀਆਂ। ਅੱਜ ਜੇ ਉਹਨਾਂ ਨੇ ਇਹ ਸਟੈਪ ਇਹ ਅੱਜ ਸਰਕਾਰਾਂ ਨੂੰ ਚਾਹੀਦਾ ਹੈ, ਅੱਜ ਜਿਹੜੀ ਪ੍ਰੈਜ਼ੈਂਟ ਸਰਕਾਰ ਹੈ ਉਹ ਹੁਣ ਵੀ ਕਹਿ ਰਹੀ ਆ, ਇਲੈਕਸ਼ਨ ਤੋਂ ਪਹਿਲਾਂ ਵੀ ਕਹਿੰਦੀ ਸੀ ਅਸੀਂ ਜਿਹੜੇ ਵੀ SC ST OBC ਆ, ਜਿਹੜੇ ਗਰੀਬ ਗੁਰਬੇ, ਅਸੀਂ ਉਹਨਾਂ ਨੂੰ ਅਪਲਿਫਟ ਕਰਨਾ, ਉਹਨਾਂ ਨੂੰ ਠੀਕ ਕਰਨਾ। ਪਰ ਆਹ ਜਿਹੜੀ ਇੱਕ ਕਾਨੂੰਨੀ ਹਰਕਤ ਹੈ, ਕਿਉਂਕਿ ਇਹ ਇੰਨੇ ਚਿਰਾਂ ਪਹਿਲਾਂ ਦਾ ਇੱਕ ਮੰਦਿਰ ਬਣਿਆ, ਇਹ ਕੋਈ ਅੱਜ ਇਹ ਤਾਂ ਕੋਈ ਗੱਲ ਹੈ ਨਹੀਂ ਵੀ ਇਹ ਕੱਲ੍ਹ ਕੋਈ ਜਾਣੀ ਕਿ ਬੈਨਾਮੀ ਜ਼ਮੀਨ ਪਈ ਸੀ, ਇਹਦਾ ਜ਼ਮੀਨ ਦਾ ਕੋਈ ਖਰੜਾ ਨਹੀਂ ਹੈ, ਇਹ ਜ਼ਮੀਨ ਕੋਈ ਹੈ ਕੁਛ ਪਤਾ ਨਹੀਂ ਗਾ, ਇਹਦਾ ਬਿਲਕੁਲ ਸਬੂਤ ਹੈ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਬਾਦਸ਼ਾਹ ਨੇ, ਜਿਹੜੇ ਕਿ ਉਹਨਾਂ ਦੀ ਇੱਕ ਬਚਨਾਂ ਤੋਂ ਖੁਸ਼ ਹੋ ਕੇ, ਉਹਨਾਂ ਪ੍ਰਵਚਨਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਅਸੀਂ ਇੱਕ ਆਪਣੇ ਮਿਸ਼ਨ ਨੂੰ ਚਲਾਉਣ ਲਈ ਇੱਕ ਅਸੀਂ ਐਸੇ ਤਰ੍ਹਾਂ ਜਗ੍ਹਾ ਦਿੱਤੀ ਤਾਂ ਕਿ ਅੱਗੇ ਭਾਈਚਾਰੇ ਦੇ ਵਿੱਚ, ਕਿਉਂਕਿ ਅੱਜ ਇਹ ਗੱਲ ਸਿੱਖ ਲੈਣੀ ਚਾਹੀਦੀ ਹੈ, ਧਰਮ ਤੋਂ ਬਿਨਾਂ ਅਸੀਂ ਕਿਸੇ ਨੂੰ ਚੇਂਜ ਨਹੀਂ ਕਰ ਸਕਦੇ, ਕਿਸੇ ਲਾਈਫ ਦੇ ਵਿੱਚ ਅਸੀਂ ਪ੍ਰੋਸਪੈਰਿਟੀ ਨਹੀਂ ਲਿਆ ਸਕਦੇ। ਅੱਜ ਜਿਹੜੀਆਂ ਸਿਆਸੀ ਪਾਰਟੀਆਂ ਧਰਮ ਨੂੰ ਯੂਜ਼ ਕਰਕੇ ਆਪਣੀ ਵੋਟਾਂ ਬਟੋਰਦੇ ਹਨ। ਆਓ
ਅਸੀਂ ਇਸ ਬਾਰੇ ਵਿਚਾਰਨਾ ਹੈ। ਚਾਹੇ ਅਸੀਂ ਇਹ ਆਜ਼ਾਦ ਟੀਵੀ ਰਾਹੀਂ ਤੁਹਾਨੂੰ ਮੈਸੇਜ ਦੇ ਰਹੇ ਹਾਂ, ਚਾਹੇ ਕਾਂਸੀ ਟੀਵੀ ਵੱਲੋਂ ਮੈਸੇਜ ਆ ਰਿਹਾ, ਕਿਸੇ ਵੀ ਸਭਾ ਸੁਸਾਇਟੀ ਵੱਲੋਂ ਮੈਸੇਜ ਆ ਰਿਹਾ। ਆਓ ਅਸੀਂ ਇਹ ਰਲ ਮਿਲ ਕੇ ਇੱਕ ਪ੍ਰੈਸ਼ਰ ਗਰੁੱਪ ਬਣਾਈਏ। ਜਿਸ ਤਰ੍ਹਾਂ ਕਲੇਵ ਸਾਹਿਬ ਨੇ ਕਿਹਾ ਵੀ ਅਗਲੇ 11 ਤਰੀਕ ਨੂੰ ਉੱਥੇ ਇੱਕ ਬੜਾ ਪ੍ਰੈਸ਼ਰ ਗਰੁੱਪ ਵਧੀਆ ਮੀਟਿੰਗ ਹੋ ਰਹੀ ਆ। ਉਹਦੇ ਵਿੱਚ ਸਾਨੂੰ ਸਭਾ ਸੁਸਾਇਟੀਆਂ ਨੂੰ ਜਿੰਨੇ ਵੀ ਅਸੀਂ ਇੱਕ ਦੂਏ ਭੈਣ ਭਰਾਵਾਂ ਦੇ ਨਾਲ ਸਾਥ ਦੇ ਕੇ ਅਸੀਂ ਤਾਂ ਕਿ ਪ੍ਰੈਸ਼ਰ ਗਰੁੱਪ ਬਣਾ ਕੇ ਇੱਕ ਸਰਕਾਰ ਤੇ ਜ਼ੋਰ ਪਾਈਏ ਵੀ ਇਹ ਇੱਕ ਆਉਣ ਵਾਲੇ ਸਮੇਂ ਲਈ ਇਹ ਗੱਲ ਵਧੀਆ ਨਹੀਂ। ਧੰਨਵਾਦ ਜੀ ਚੌਹਾਨ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਸਾਡੇ ਕੋਲ ਡਾਕਟਰ ਜੀ, ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਗੀਤ ਵੀ ਸੁਣਿਆ, ਉਹ ਗੱਲ ਵੀ ਆਪਾਂ ਜਿਹੜੀ ਅਸੀਂ ਪਿਛਲੇ ਹਫ਼ਤੇ ਇਹ ਕੀਤੀ ਸੀ ਕਿ ਤੁਗਲਕਾ ਬਾਗ ਜਿਹੜਾ ਬਾਦ ਆ ਜਿਹੜਾ ਦਿੱਲੀ ਦੇ ਵਿੱਚ ਆ, ਉੱਥੇ ਸਤਿਗੁਰਦਾਸ ਮਹਾਰਾਜ ਨੂੰ ਇਹ ਜਿਹੜਾ ਉਸ ਵੇਲੇ ਦਾ ਸਿਕੰਦਰ ਲੋਧੀ ਰਾਜਾ ਸੀ, ਉਸਨੇ ਉਹਨਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦਿਆਂ ਹੋਇਆ ਉਹਨਾਂ ਨੂੰ ਇਹ ਜਿਹੜੀ ਜਗ੍ਹਾ ਭੇਂਟ ਕੀਤੀ ਸੀ। ਔਰ 1493 ਦੀ ਗੱਲ ਹੈ ਨਾ, 1493 ਦੀ ਗੱਲ ਆ। ਤੇ ਲੇਕਿਨ ਅੱਜ ਸਰਕਾਰ ਇਹ ਕਹਿ ਰਹੀ ਆ ਕਿ ਅਸੀਂ ਉੱਥੇ ਮਾਹੌਲ ਬਣਾਉਣਾ ਹੈ ਜਾਂ ਹੋਰ ਕੁਝ ਬਣਾਉਣਾ ਆ। ਤੇ ਜਿਹੜਾ ਸਾਡਾ ਸਾਧੂ ਸੰਪਰਦਾਇਕ ਮਤਲਬ ਜਿਹੜੇ ਪੰਜਾਬ ਦੇ ਵਿੱਚ ਇੱਕ ਸੰਸਥਾ ਬਣੀ ਹੋਈ ਹੈ, ਜਿਸ ਦੇ ਜਿੰਨੇ ਵੀ ਸਾਡੇ ਡੇਰੇ ਆ ਸਾਧੂ ਸਮਾਜ ਨੂੰ ਬਿਲੋਂਗ ਕਰਦੇ ਗੁਰਦਾਸ ਮਹਾਰਾਜ ਦੇ ਪੈਰੋਕਾਰ ਹਨ, ਉਹਨਾਂ ਦੇ ਜਿਹੜੇ ਪ੍ਰਧਾਨ ਆ ਜੋ ਉੱਥੇ ਦਿੱਲੀ ਪਹੁੰਚੇ ਹੋਏ ਸਨ ਕੱਲ੍ਹ ਦੇ, ਤੇ ਉਹਨਾਂ ਨੇ ਇਹ ਅਨਾਉਂਸ ਕੀਤਾ ਆ ਉੱਥੇ ਸਾਰਿਆਂ ਨੂੰ ਕਿ ਅਸੀਂ ਇਸ ਚੀਜ਼ ਨੂੰ ਕਿਸੇ ਨੂੰ ਵੀ ਟੱਚ नहीं कर ਦਿੱਤਾ ਜਾਵੇਗਾ। जी रमेश जी, मैं सबसे पहले बहुत महत्वपूर्ण बात कहना चाहूँगा कि ये जो मसला है जो खड़ा किया गया है जी, तो ये कोई ऐसे हाल ही में किसी ने रास्ते के बीच में या सरकारी जगह को लेकर उस पर मंदिर खड़ा करने का मसला नहीं, ये आम मंदिर का मसला नहीं है। नहीं, जैसे वो जो धरोहर है ये 650 साल पुरानी एक ऐतिहासिक धरोहर है और भारत में देखिए एक हेरिटेज का मामला है, हेरिटेज का मामला है। और जैसे कि आपने बताया कि सिकंदर लोधी ने ये गुरुजी को दी थी, तो और दूसरी बात ये है कि ये किसी काल्पनिक भगवान से जुड़ा हुआ मामला भी नहीं है। जैसे कि आमतौर पर देखा जाता है कि भारत में कहीं भी कोई पुजारी बम्मन आकर कोई भी देवी माता के नाम से कोई बाबे के नाम से मंदिर बना लेता है पेट पूजा करने के लिए, पेट भरने के लिए। तो ये पेट भरने का भी मामला नहीं है, इसका ऐतिहासिक दस्तावेज है, इसका ऐतिहासिक। और इसीलिए ये अगर कोई व्यापारी और अगर कोई बिजनेस वाला जो दिल्ली के जो वहाँ के जो लैंडलॉर्ड्स वगैरह जो भू माफिया, वो अगर इस मंदिर को हाथ लगाकर अपने व्यापार चलाने के लिए और उसको तोड़कर वहाँ बिल्डिंग या मॉल बनाने की अगर कोई कोशिश कर रहे होंगे, तो मुझे लगता है कि उनको कड़ा जवाब देना चाहिए। और अगर हो सके तो हमारे जितने भी हमारे लोग हैं, क्योंकि ये हमारे ऐतिहासिक महापुरखे से जुड़ा हुआ मामला है, हमारे पुरखे से जुड़ा हुआ मामला है, तो अगर वहाँ कोई होता है तो उसको कड़ा उसका प्रतिकार किया जाना चाहिए। और जो लोग इसके पीछे है वो अगर मिलते हैं तो उनकी अच्छी तरह से उनका ठुकाई भी होनी चाहिए जी। जिस तरह डॉक्टर साहब तुसीं दस्सिया, इसे तरह ही जी प्रधान ਜਿਹੜੇ संत ਕੁਲਵੰਤ ਰਾਮ ਜੀ ਭਰੋ ਮਜਾਰਾ ਵਾਲਿਆਂ ਨੇ ਵੀ ਇਹ ਗੱਲ ਕਹੀ ਆ ਕਿ ਸਾਰੇ ਹੀ ਭਾਰਤ ਦੇਸ਼ ਦੇ ਵਿੱਚੋਂ ਔਰ ਦੁਨੀਆ ਦੇ ਕੋਨੇ-ਕੋਨੇ ਵਿੱਚ ਜਿੱਥੇ ਵੀ ਸਾਡੀ ਕਮਿਊਨਿਟੀ ਬੈਠੀ ਆ, ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਆਪਣੇ ਲੈਟਰ ਜਾਂ ਮੈਮੋਰੈਂਡਮ ਜਾਂ ਅੰਬੈਸੀਆਂ ਦੇ ਅੱਗੇ ਜਾ ਕੇ ਉਹ ਕਹਿੰਦੇ ਵੀ ਤੁਸੀਂ ਧਰਨੇ ਲਾਵੋ ਜਾਂ ਪ੍ਰੋਟੈਸਟ ਕਰੋ। ਜਿਸ ਤਰ੍ਹਾਂ ਗ੍ਰੀਸ ਦੇ ਵਿੱਚ ਵੀ ਕੀਤਾ ਗਿਆ ਪਿਛਲੇ ਹਫ਼ਤੇ, ਦੇਖਣ ਵਾਲਾ ਸੀ, ਉਹਨਾਂ ਨੇ ਪ੍ਰੋਟੈਸਟ ਕੀਤਾ। ਲੇਕਿਨ ਸਾਡੀਆਂ ਜਿਹੜੀਆਂ ਸਭਾ ਸੈਟੀਆਂ ਆ, ਅਸੀਂ ਇਹ ਨਹੀਂ ਕਹਿ ਸਕਦੇ ਸੁੱਤੇ ਹਨ ਜਾਗਦੇ ਹਨ, ਲੇਕਿਨ ਥੋੜ੍ਹੀਆਂ ਸਲੋ ਹਨ। ਸਾਡਾ ਫਰਜ਼ ਬਣਦਾ, ਠੀਕ ਆ, ਕਈਆਂ ਨੇ ਮੈਮੋਰੈਂਡਮ ਦਿੱਤੇ ਵੀ, ਹਾਈ ਕਮਿਸ਼ਨ ਨੂੰ ਵੀ ਦਿੱਤੇ, ਪਹੁੰਚਾ ਵੀ ਦਿੱਤੇ ਆ, ਤੇ ਲੇਕਿਨ ਜੇ ਆਪਾਂ ਇਕੱਠੇ ਹੋ ਕੇ ਸਾਰੇ ਇੱਕ ਹਮਲਾ ਮਾਰੀਏ ਤੇ ਉਸ ਜਗ੍ਹਾ ਨੂੰ ਕੋਈ ਵੀ ਟੱਚ ਨਹੀਂ ਕਰ ਸਕਦਾ। ਸਾਡੇ ਗੁਰੂ ਦੀ ਜਗ੍ਹਾ ਆ। ਤੇ ਇਸ ਤਰ੍ਹਾਂ ਜੇ ਗਿਣਿਆ ਜਾਵੇ ਤਾਂ ਮੰਦਰ ਪਤਾ ਨਹੀਂ ਕਿੰਨੇ ਕੁ ਹੋਰ ਧਰਮਾਂ ਦੇ ਮੰਦਰ ਬਣੇ ਹੋਏ ਹਨ, ਲੇਕਿਨ ਸਾਡਾ ਸਮਾਜ ਉੱਥੇ ਜਾ ਕੇ ਵੀ ਨਮਸਕਾਰ ਕਰਦਾ ਆ। ਲੇਕਿਨ ਫਿਰ ਵੀ ਉਹਨਾਂ ਨੂੰ ਜਦੋਂ ਕਿ ਸਾਨੂੰ ਉੱਥੋਂ ਦੁਰਕਾਰਿਆ ਜਾਂਦਾ ਆ, ਉੱਥੇ ਮੱਥਾ ਟੇਕਣ ਨਹੀਂ ਦਿੱਤਾ ਜਾਂਦਾ, ਕਈ ਵਾਰੀ ਤਲਾਬਾਂ ਤੋਂ ਪਾਣੀ ਨਹੀਂ ਪੀਣ ਦਿੱਤਾ ਜਾਂਦਾ, ਕਈ ਖੂਹਾਂ ਦੇ ਉੱਤੇ ਚੜ੍ਹਨ ਨਹੀਂ ਦਿੱਤਾ, ਲੇਕਿਨ ਸਾਡਾ ਸਮਾਜ ਫਿਰ ਵੀ ਉੱਥੇ ਜਾਂਦਾ ਹੈ ਕਿਉਂ ਗਰੀਬੀ ਦੀ ਰੇਖਾ 'ਚ ਰਹਿੰਦਾ ਹੋਇਆ। ਲੇਕਿਨ ਸਾਡੇ ਲੋਕ ਉਹਨਾਂ ਨੂੰ ਮੰਨਦੇ ਆ, ਲੇਕਿਨ ਉਹ ਲੋਕ ਜਿਹੜੇ ਆ ਸਾਡੇ ਸਮਾਜ ਦੇ ਉੱਤੇ ਜਾਂ ਸਾਡੇ ਸਤਿਗੁਰਾਂ ਦੇ ਮਿਸ਼ਨ ਦੇ ਉੱਤੇ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ 2 ਅਪ੍ਰੈਲ ਨੂੰ ਜੋ ਸੰਵਿਧਾਨ ਆ ਬਾਬਾ ਸਾਹਿਬ ਦਾ ਸੰਵਿਧਾਨ ਬਣਾਇਆ, ਉਸ ਦੇ ਉੱਤੇ ਵੀ ਕਿੰਤੂ ਪਰੰਤੂ ਕੀਤਾ, ਉਸ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ 2 ਅਪ੍ਰੈਲ ਦਾ ਇੱਕ ਇਤਿਹਾਸਕ ਦਿਨ ਜਿਹੜਾ ਉਹ ਨਿਬੜਿਆ ਤੇ ਉਸ ਵੇਲੇ ਉਹਨਾਂ ਨੂੰ ਗੌਰਮੈਂਟ ਨੂੰ ਉਸ ਤੋਂ ਵਾਪਸ ਲੈਣਾ ਪਿਆ, ਉਹਨਾਂ ਨੂੰ ਜੋ ਵੀ ਸੀ ਉਹਨਾਂ ਦਾ ਟਾਰਗੇਟ ਕੇਸ ਦੇ ਵਿੱਚੋਂ ਸੰਵਿਧਾਨ ਦੇ ਵਿੱਚੋਂ ਧਾਰਾ ਬਦਲਣੀਆਂ। ਤੇ ਇਸੇ ਤਰ੍ਹਾਂ ਵੀ ਉਹ ਸੰਤਾਂ ਨੇ ਵੀ ਇਹ ਗੱਲ ਕਹੀ ਹੈ, ਜਿਹੜਾ ਸਾਧੂ ਸਮਾਜ ਆ, ਕਿ ਜੇ ਕੋਈ ਵੀ ਇਸ ਤਰ੍ਹਾਂ ਦੀ ਗੱਲ ਹੁੰਦੀ ਆ, ਜਿਹੜਾ ਅਪ੍ਰੈਲ 2 ਆ ਉਹ ਦੁਬਾਰਾ ਦੁਹਰਾਇਆ ਜਾਵੇ। ਹਾਂਜੀ ਚੌਹਾਨ ਜੀ। ਦੇਖੋ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ, ਇਹੋ ਜਿਹੀ ਜਗ੍ਹਾ ਦਿੱਲੀ ਦੇ ਵਿੱਚ ਜੀ, ਇਹ ਸਾਰੇ ਜਿੰਨੇ ਵੀ ਨੇਤਾ ਹਨ, ਚਾਹੇ ਕੋਈ ਬਿਜ਼ਨਸ ਮਾਈਂਡਡ ਹੈ, ਚਾਹੇ ਵਪਾਰੀ ਲੋਕ ਹਨ, ਉਹ ਸਾਰਿਆਂ ਲਈ ਇੱਕ ਅਟਰੈਕਸ਼ਨ ਬਣੀ ਹੋਈ ਹੈ। ਜੀ, ਉਹਨਾਂ ਨੂੰ ਇਹਦਾ ਕੋਈ ਮਤਲਬ ਨਹੀਂ ਵੀ ਇਹਦੇ ਦੇ ਪਿੱਛੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।
ਉਹ ਜਿਸ ਤਰ੍ਹਾਂ ਸ਼੍ਰੀ ਰਵਿਦਾਸ ਮਹਾਰਾਜ ਜੀ ਨੂੰ ਸਿਕੰਦਰ ਲੋਧੀ ਜੀ ਨਾ ਜੀ ਉਹਨਾਂ ਨੇ ਇੱਕ ਖੁਸ਼ ਹੋ ਕੇ ਉਹਨਾਂ ਦੇ ਪ੍ਰਵਚਨਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਉਹਨਾਂ ਨੂੰ ਇੱਕ ਦਿੱਤੀ ਭੇਂਟ ਕੀਤੀ ਹੈ ਵੀ ਤੁਸੀਂ ਇੱਥੇ ਆਪਣਾ ਜਿੱਦਾਂ ਵੀ ਪ੍ਰਵਚਨ ਕਰਕੇ ਆਪਣਾ ਟੈਂਪਲ ਬਣਾ ਕੇ ਇਹਨੂੰ ਅੱਗੇ ਵਧੋ ਚਲੋ। ਪਰ ਅੱਜ ਸੋਚਣ ਵਾਲੀ ਗੱਲ ਹੈ ਕਿ ਇੱਕ ਸਾਰੀ ਗੱਲ ਸਾਹਮਣੇ ਹੋਈ ਹੈ ਕਿਸੇ ਕੋਈ ਵੀ ਏਰੀਆ ਦੇ ਵਿੱਚ ਵੀ ਸਾਡੇ ਵੀ ਜਿਹੜੇ ਨੇਤਾ ਲੋਕਾਂ ਨੇ ਰਿਐਲਿਟੀ ਹੈ ਉਹ ਜਿੱਥੇ ਵੀ ਆਮ ਜਗ੍ਹਾ ਦੱਸਦੀਆਂ ਹਨ ਉਹ ਆਪਣੀਆਂ ਬਣਾ ਕੇ ਆਪਣੇ ਤਰੀਕੇ ਦੇ ਨਾਲ ਉਹਨੂੰ ਹੜੱਪ ਕਰਦੇ ਹਨ ਕਰ ਰਹੇ ਹਨ। ਇਸੇ ਕਰਕੇ ਇਹਦੇ ਪਿੱਛੇ ਵੀ ਕੋਈ ਨਾ ਕੋਈ ਸਾਜ਼ਿਸ਼ ਬਣੀ ਹੋਈ ਹੈ, ਇਹ ਜ਼ਰੂਰ ਬਣੀ ਹੋਈ ਹੋਊਗੀ ਕਿਉਂਕਿ ਇੰਨੇ ਚਿਰਾਂ ਤੋਂ ਪਹਿਲਾਂ ਹੁਣ ਕਿੰਨੀਆਂ ਸਰਕਾਰਾਂ ਆਈਆਂ, ਅੱਜ ਜੇ 70 71 ਸਾਲ ਚੱਲਦੇ ਰਹੇ ਇਹ ਜਗ੍ਹਾ ਉੱਥੇ ਹੀ ਸੀ, ਉਦੋਂ ਕਿਸੇ ਨੇ ਰੌਲਾ ਨਹੀਂ ਪਾਇਆ। ਹੁਣੇ ਕਿਉਂ ਹੋ ਰਿਹਾ ਉਦੋਂ ਕਿਸੇ ਨੂੰ ਨਹੀਂ ਨਜ਼ਰ ਆਈ। ਸਗੋਂ ਮੇਰਾ ਖਿਆਲ ਹੈ ਜਿੰਨੇ ਵੀ ਨੇਤਾ ਛਾਪੜੀ ਥੋੜੀ ਮੋਟੀ ਸ਼ਰਧਾ ਮੁਤਾਬਕ ਉੱਥੇ ਜ਼ਰੂਰ ਗਏ ਹੋਣਗੇ ਜਾਂਦੇ ਹੋਣਗੇ, ਪਰ ਇੰਨੇ ਚਿਰਾਂ ਬਾਅਦ ਇਹ ਫੇਰ ਕਿਉਂ ਗੱਲ ਇਹ ਉੱਭਰ ਕੇ ਸਾਹਮਣੇ ਆਈ, ਇਹਦੇ ਮਤਲਬ ਪਿੱਛੇ ਸਾਨੂੰ ਸੋਚਣਾ ਪਵੇਗਾ। ਪਹਿਲੀ ਗੱਲ ਇਹ ਆ, ਇਹ ਗੱਲ ਚਲੋ ਜੋ ਹੋਣਾ ਸੀ ਹੋ ਗਿਆ, ਅਸੀਂ ਇੱਕ ਤੁਹਾਨੂੰ ਜਾਗਰੂਕ ਜ਼ਰੂਰ ਕਰਾਂਗੇ, ਇੱਕ ਜਿਹੜੀ ਕਿ ਤੁਹਾਡੇ ਨਾਲ ਇਹ ਸ਼ੇਅਰ ਜ਼ਰੂਰ ਕਰਾਂਗੇ। ਇਹਨਾਂ ਨੇਤਾ ਨੂੰ ਅਸੀਂ ਬਣਾਉਣ ਵਾਲੇ ਆ, ਅਸੀਂ ਅੱਗੇ ਲਿਆਂਦਾ, ਹੁਣ ਇਹੀ ਲੋਕ ਜਿਹੜੀ ਸਾਡੀਆਂ ਜੜ੍ਹਾਂ ਵੱਢਦੇ ਹਨ, ਜੇ ਸਾਡੇ ਜਿਹੜੀ ਕਿ ਜਿੱਥੇ ਸਾਡੀਆਂ ਭਾਵਨਾ ਜੁੜੀਆਂ ਹਨ। ਇਸ ਕਰਕੇ ਇੱਥੇ ਇਹ ਚੀਜ਼ ਨੂੰ ਇਹਨਾਂ ਸਰਕਾਰਾਂ ਨੂੰ ਸਮਝਣਾ ਚਾਹੀਦਾ ਵੀ ਇਸ ਤਰੀਕੇ ਨਾਲ ਕਿੱਦਾਂ ਇਕੁਐਲਿਟੀ ਲਿਆਉਣੀ ਹੈ, ਕਿੱਦਾਂ ਸਾਂਝੀ ਵਾਲਤਾ ਲਿਆਉਣੀ। ਇਹਦਾ ਮਤਲਬ ਇਹ ਨਹੀਂ ਅਸੀਂ ਹੁਣ ਇਲੈਕਸ਼ਨ 5 ਸਾਲ ਲਈ ਜਿੱਤ ਗਏ, ਇਹ 5 ਸਾਲ ਬਾਅਦ ਵਿੱਚ ਵੀ ਆਉਣੇ ਆ, ਇਹ ਕਈ 5 ਸਾਲ ਆਉਣੇ ਆ। ਆਓ ਜਿਹੜੇ 5 ਸਾਲ ਸਾਨੂੰ ਮਿਲੇ ਆ, ਇਹ ਮੈਂ ਨੇਤਾ ਨੂੰ ਇੱਕ ਬੇਨਤੀ ਕਰ ਰਿਹਾ, ਇਹ ਭੈਣਾਂ ਭਰਾਵਾਂ ਬੇਨਤੀ ਕਰਦਾ, ਇਹ ਜਿਹੜੇ ਹੈਗੇ ਆ ਕਿਉਂਕਿ ਇਹ ਮਸਜਿਦ ਮੰਦਿਰਾਂ ਦੇ ਰੌਲਾ ਪਾ ਕਹਿ ਕੇ ਉਹ ਕਹਿੰਦੇ ਹਨ ਮਸਜਿਦ ਤੋਂ ਹਾਸਲ ਹੋਈ ਹਮਕੋ, मस्जिद तो हासिल हुई हमको खाली ईमान गवा बैठे, बंदर को बनाया लड़ भिड़ के खाली भगवान गवा बैठे। मजहब के ठेकेदारों ने फिर आज मुझे जूं भड़काया, मजहब के ठेकेदारों ने आज मुझे जूं भड़काया, पंडित और काजी जिंदा थे हम अपनी जान गवा बैठे। ये ਜਿਹੜੇ नेता लोग ਹਨ पंडित काजी ਹਨ, ਇਹੋ ਜਿਹੀ ਗੱਲ ਛੱਡ ਕੇ ਉੱਤੇ ਅੱਜ ਅਸੀਂ ਇਹੋ ਜਿਹੀ ਸੋਲੀਡੈਰਿਟੀ ਦਿਖਾ ਕੇ ਅਸੀਂ ਭਾਈਚਾਰੇ, ਇਹ ਨਾ ਕੋਈ ਕਹੋ ਵੀ ਇਹ ਸ਼੍ਰੀ ਰਵਿਦਾਸ ਮਹਾਰਾਜ ਨੂੰ ਪੈਰੋਕਾਰਾਂ ਨੂੰ ਮੰਨਣ ਵਾਲੇ ਇਹ ਮੰਦਿਰ ਹੈ। ਅੱਜ ਜੇ ਸਾਡੇ ਨਾਲ ਜਾਂ ਇਹਨਾਂ ਦੇ ਨਾਲ ਕੁਛ ਹੋ ਗਈ, ਕੱਲ੍ਹ ਨੂੰ ਵਾਰੀ ਤੁਹਾਡੀ ਵੀ ਭੈਣਾਂ ਦੇ ਭਰਾਵੋ ਹੋਣੀ ਹੈ। ਇਹ ਸਭ ਇਸ ਕਰਕੇ ਅਸੀਂ ਇਹ ਚੀਜ਼ ਨੂੰ ਹੁਣ ਨੱਥ ਪਾਈਏ ਤਾਂ ਕਿ ਰਲ ਮਿਲ ਕੇ ਅਸੀਂ ਇੱਕ ਦੂਜੇ ਦੇ ਧਰਮ ਦੀ, ਇੱਕ ਦੂਜੇ ਦੇ ਮਜ਼ਹਬ ਦੀ ਮਾਣ ਸਨਮਾਨ ਕਰੀਏ ਔਰ ਕਰਦੇ ਰਹੀਏ ਜੀ। ਹੈਲੋ ਜਗਦੇਵ ਜੀ। ਹੈਲੋ ਜਗਦੇਵ ਜੀ। ਜੈ ਗੁਰਦੇਵ ਜੀ। ਕਲੇਰ ਸਾਹਿਬ ਰਵੀ ਬੋਲਦਾ ਜੀ। ਹਾਂਜੀ ਰਵੀ ਜੀ ਚਾਵਲਾ ਜੀ, ਕੀ ਕਹਿਣਾ ਚਾਹੁੰਦੇ ਹੋ? ਬਸ ਕੀ ਹਾਲ ਹੈ ਗੁਰਦੇਵ? ਬਹੁਤ ਵਧੀਆ ਪ੍ਰੋਗਰਾਮ ਹੈ ਜੀ, ਬਹੁਤ ਵਧੀਆ ਤੁਸੀਂ ਮੈਟਲ ਲੈ ਕੇ ਆਏ ਇਹ। ਧੰਨਵਾਦ ਜੀ। ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਇਹ ਪਹਿਲਾਂ ਤਾਂ ਗੱਲ ਇਹ ਹੈ ਜੀ, ਕਹਿੰਦੇ ਹੁੰਦੇ ਨਾ ਕੌਮਾਂ ਜੂਨੀਆਂ ਸਦਾ ਕੁਰਬਾਨੀਆਂ ਤੇ ਅਣਖ ਮਰੇ ਤਾਂ ਕੌਮ ਹੈ ਮਰ ਜਾਂਦੀ। ਬਿਲਕੁਲ। ਉਸ ਕੌਮ ਨੂੰ ਸਦਾ ਇਤਿਹਾਸ ਪੂਜੇ, ਹੱਸ ਕੇ ਬਿਫਤਾ ਜੋ ਕੌਮ ਜਰ ਜਾਂਦੀ। ਇਹ ਦੇਖੋ ਜੀ, ਜਿਹੜਾ ਇਹ ਮੰਦਿਰ ਦੀ ਢਾਉਣ ਦੀ ਗੱਲ ਕਰ ਰਹੇ, ਇਹ ਸਿਰਫ ਆਪਾਂ ਗੁਰੂ ਰਵਿਦਾਸ ਮਹਾਰਾਜ ਲਾਮ ਲੇਵਾ ਸੰਗਤਾਂ ਜਿਹੜੀਆਂ ਭਗਵਾਨ ਵਾਲਮੀਕ ਲਾਮ ਸੰਗਤਾਂ ਤੇ ਡਾਕਟਰ ਅੰਬੇਡਕਰ ਜੀ ਦੀਆਂ ਜੋ ਵੀ ਸ਼ਰਧਾਵਾਂ ਉਹੀ ਕਰ ਰਹੀਆਂ। ਦੇਖੋ ਹੋਰ ਕਿਸੇ ਨੂੰ ਕਿਸੇ ਚੀਜ਼ ਦਾ ਮਤਲਬ ਨਹੀਂ ਹੈ ਜੀ, ਜੋ ਕਰ ਰਹੇ ਉਹ ਸਾਡੀਆਂ ਕੌਮਾਂ ਹੀ ਕਰ ਰਹੀਆਂ। ਹਾਂਜੀ ਹਾਂਜੀ। ਜੇ ਅੱਜ ਕਿਸੇ ਹੋਰ ਗੁਰੂ ਘਰ ਤੇ ਗੱਲ ਬਣੀ ਹੁੰਦੀ ਤਾਂ ਸਾਰੀਆਂ ਕੌਮਾਂ ਨੇ ਇਕੱਠੇ ਹੋ ਕੇ ਧਰਨੇ ਦੇਣੇ ਸ਼ੁਰੂ ਕਰ ਦੇਣੇ ਸੀ ਜੀ, ਕਿਉਂਕਿ ਅਸੀਂ ਜਦ ਕਿਸੇ ਦੇ ਨਾਲ ਜਾ ਕੇ ਖੜੇ ਹੋ ਸਕਦੇ ਹਾਂ, ਸਾਡੀ ਕੌਮ ਦੇ ਨਾਲ ਕਿਉਂ ਨਹੀਂ ਖੜਾ ਹੋ ਸਕਦਾ? ਸਹੀ ਗੱਲ ਹੈ। ਹਾਂਜੀ। ਇਸ ਕਰਕੇ ਸਾਰਿਆਂ ਨੂੰ ਚਾਹੀਦਾ ਕਿ ਆਪਣੇ ਆਪਣੇ ਹਾਈ ਕਮਿਸ਼ਨਰਾਂ ਨੂੰ ਲੈਟਰ ਦੇਣ, ਮੈਮੋਰੈਂਡਮ ਦੇਣ ਕਿ ਇਹ ਸਾਡਾ ਜਿਹੜਾ ਮੰਦਿਰ ਹੈ ਨਹੀਂ ਤੋੜਿਆ ਜਾਵੇ। ਅਗਰ ਇਹ ਮੰਦਿਰ ਤੋੜਿਆ ਤਾਂ ਜੋ ਫਿਰ ਜਿਸ ਤਰ੍ਹਾਂ ਮਹਾਰਾਜ ਰਾਮਾਨੰਦ ਦੇ ਸ਼ਹਾਦਤ ਤੇ ਹੋਈ ਸੀ, ਫਿਰ ਉਦਾਂ ਦੀਆਂ ਘਟਨਾਵਾਂ ਫੇਰ ਹੋਣਗੀਆਂ। ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਕਿ ਜਿੰਨੀਆਂ ਵੀ ਗੁਰੂ ਰਵਿਦਾਸ ਮਹਾਰਾਜ, ਡਾਕਟਰ ਬਾਬਾ ਸਾਹਿਬ ਅੰਬੇਡਕਰ, ਭਗਵਾਨ ਵਾਲਮੀਕ ਸਭਾਵਾਂ, ਸਾਰਿਆਂ ਨੂੰ ਇਕੱਠੇ ਹੋ ਕੇ ਇਸ ਸੰਘਰਸ਼ ਦੇ ਵਿੱਚ ਹਿੱਸਾ ਲੈਣਾ ਚਾਹੀਦਾ। ਮੈਂ ਬਹੁਤ ਧੰਨਵਾਦੀ ਹਾਂ ਆਜ਼ਾਦ ਟੀਵੀ ਦਾ। ਮੈਂ ਅੱਗੇ ਵੀ ਪ੍ਰੋਗਰਾਮ ਦੇਖਿਆ, ਮੈਂ ਇੰਟਰਨੈਟ ਤੇ ਵੀ ਦੇਖਿਆ, ਫੇਸਬੁੱਕ ਤੇ ਵੀ ਦੇਖਦਾ, ਸਾਰੇ ਬੰਨੇ ਆਜ਼ਾਦ ਟੀਵੀ ਨੇ, ਸਾਡੇ ਜਿੰਨੇ ਟੀਵੀ ਸਾਰਿਆਂ ਨੇ ਬਹੁਤ ਵਧੀਆ। ਕਲੇਰ ਸਾਹਿਬ ਤੁਸੀਂ ਇੰਡੀਆ ਤੋਂ ਵੀ ਇਹ ਪ੍ਰੋਗਰਾਮ ਚਲਾਇਆ, ਇੰਡੀਆ ਤੋਂ ਵੀ ਤੁਸੀਂ ਲਾਈਵ ਕੀਤਾ, ਬਹੁਤ ਬਹੁਤ ਧੰਨਵਾਦ ਕਰਦੇ ਆ। ਅੱਗੇ ਤੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਲੈ ਕੇ ਆਓ। ਜੈ ਗੁਰਦੇਵ। ਧੰਨ ਗੁਰਦੇਵ ਜੀ। ਇਹ ਸਨ ਰਵੀ ਚਾਵਲਾ ਜੀ ਇਸ ਟਾਈਮ ਤੋਂ, ਜਿਨ੍ਹਾਂ ਨੇ ਆਪਣੇ ਬਹੁਤ ਸੋਹਣੇ ਬੜਮੁੱਲੇ ਵਿਚਾਰ ਦਿੱਤੇ ਹਨ। ਉਹਨਾਂ ਨੇ ਵੀ ਇਹੀ ਗੱਲ ਕੀਤੀ ਕਿ ਸਤਿਗੁਰੂ ਦਾਸ ਮਹਾਰਾਜ ਦਾ ਮੰਦਿਰ, ਲੇਕਿਨ ਉਹਦੇ ਲਈ ਸਾਡੀਆਂ ਕੌਮਾਂ ਹੀ ਅੱਜ ਅੱਗੇ ਆ ਰਹੀਆਂ ਹਨ। ਜਦੋਂ ਕਿਸੇ ਦੂਸਰੇ ਧਰਮ ਦੇ ਨਾਲ, ਜਦੋਂ ਵੀ ਕੋਈ ਧਰਮ ਭਾਰਤ ਦੇਸ਼ ਦੀ ਧਰਤੀ ਤੇ ਆਇਆ, ਸਾਰਿਆਂ ਨੂੰ ਜ਼ਿਆਦਾ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਦੇ ਲਈ।
ਲੇਕਿਨ ਅੱਜ ਸਾਡਾ ਆਪਣਾ ਧਰਮ ਦੀ ਗੱਲ ਹੈ ਤਾਂ ਸਾਡੀਆਂ ਕੁਰਬਾਨੀਆਂ ਜਾਂ ਸਾਡਾ ਜਿਹੜਾ ਪ੍ਰੋਟੈਸਟ ਆ ਜਾਂ ਇਕੱਠੇ ਹੋਣਾ ਸਾਡੇ ਲਈ ਕੋਈ ਐਡੀ ਗੱਲ ਨਹੀਂ ਹੈਗੀ। ਅਸੀਂ ਇਕੱਠੇ ਹੋ ਕੇ ਆਪਣੇ ਧਰਮ ਨੂੰ ਵੀ ਬਚਾ ਸਕਦੇ ਹਾਂ। ਇਹ ਸਨ ਸਾਡੇ ਚਾਵਲਾ ਜੀ, ਤੇ ਬਹੁਤ ਬਹੁਤ ਧੰਨਵਾਦ। ਜਿਸ ਤਰ੍ਹਾਂ ਡਾਕਟਰ ਜੀ ਮੈਂ ਗੱਲ ਕਰਨਾ ਚਾਹੁੰਦਾ, ਜਿਹੜੇ ਅੱਜ ਕੱਲ੍ਹ ਲੀਡਰ ਆ, ਅਸੀਂ ਬਾਰ-ਬਾਰ ਲੀਡਰਾਂ ਦੀ ਗੱਲ ਕਈ ਵਾਰੀ ਕਰਦੇ ਹਾਂ। ਲੀਡਰ ਉੱਥੇ ਮੈਂ ਨਾਂ ਲੈਣ ਤੋਂ ਵੀ ਗੁਰੇਜ਼ ਨਹੀਂ ਕਰਾਂਗਾ ਕਿ ਪਿਛਲੇ ਹਫ਼ਤੇ ਹੰਸਰਾਜ ਜੀ ਨਵੇਂ ਬਣੇ ਮਿਨਿਸਟਰ ਜਿਹੜੇ ਆ ਉਹ ਉੱਥੇ ਪਹੁੰਚੇ, ਚੌਧਰੀ ਸੰਤੋਖ ਸਿੰਘ ਜੀ ਹੁਣ ਕੱਲ ਉੱਥੇ ਪਹੁੰਚੇ ਹੋਏ ਸੀ ਸਾਧੂ ਸਮਾਜ ਦੇ ਨਾਲ। ਲੇਕਿਨ ਇਹ ਲੀਡਰ ਜਾ ਕੇ ਉੱਥੇ ਹਾਂਜੀ ਕਰਕੇ ਬਸ ਇੱਦਾਂ ਨਹੀਂ ਹੋਣਾ ਚਾਹੀਦਾ, ਇੱਦਾਂ ਨਹੀਂ ਹੋਣਾ ਚਾਹੀਦਾ, ਇਹਨੂੰ ਪੋਲੀਟੀਕਲ ਇਸ਼ੂ ਨਾ ਬਣਾਓ ਫਲਾਣਾ ਜੀ। ਇਹ ਮਤਲਬ ਕੀ ਆ? ये मतबल ये है साहब इसका कि देखिए ना, सत्ता लीडर आपके है लेकिन सत्ता किसी और की है। हाँ, गल सही गल। तो आपके लीडर भले ही है और वो उनके सत्ता में शामिल होकर वो कुछ MPs MLAs वगैरह बन गए हैं, लेकिन वो आपकी बात नहीं करेंगे। लेकिन डोर उन्होंने हाथ में, वो डोर उनके हाथ में है। तो इसलिए हमको अगर व्यवस्था परिवर्तन लाना है, देखिए ना, आपकी सत्ता तब आएंगी जब आप व्यवस्था को परिवर्तन करोगे। व्यवस्था ब्राह्मण बनियाओं के हाथ में है और जो इस व्यवस्था को चला रहे हैं जी। एक और ले लिए। हाँ प्लीज। हेलो जयदेव जी। हेलो जी। जयदेव जी। जय गुरुदेव, जय भीम। ख्वाजा अहमद ब्रेडफोर्ड तो सलाम अलैकुम। हाँ जी सलाम अलैकुम जी। हाँ जी कीता सी दिल्ली च जेड़ा मंदिर दे करा रहे ने। हाँ जी मैं तुहानू दसना चाहना कि सुल्तान सिकंदर लोधी दा फरमान ये किताबां च मुस्लिम लिखिया होया जी कि जमीन गुरु रविदास जी नू दित्ती गई सी जी। और ਇਹਦਾ ਮੁਸਲਮਾਨ ਹਿਸਟੋਰੀਅਨਾਂ ਚ ਵੀ ਕਾਫੀ ਕਿਤਾਬਾਂ ਚ ਜ਼ਿਕਰ ਇਹਦਾ ਆਉਂਦਾ ਗੁਰੂ ਰਵਿਦਾਸ ਦੀ ਸਟੋਰੀ ਕਹਿ ਲਵੋ ਜੀ, ਤੇ ਪੋਇਟਰੀ ਚ ਵੀ ਕਿ ਇੱਥੇ ਉਹਨਾਂ ਦਾ ਮੰਦਿਰ ਹੈਗਾ ਸੀ ਪੁਰਾਣਾ। ਤੇ ਮੈਂ ਤੁਹਾਨੂੰ ਦੂਸਰਾ ਦੱਸਣਾ ਚਾਹੁੰਦਾ ਕਿ ਮੁਸਲਮਾਨ ਭਾਈਚਾਰਾ ਦਿੱਲੀ ਦਾ ਤੇ ਯੂਪੀ ਨੂੰ ਤੁਹਾਡੇ ਨਾਲ ਇਸ ਲਈ ਖੜੋਣਾ ਚਾਹੀਦਾ ਕਿ ਇਹ ਮੰਦਿਰ ਦੇ ਸਹੀ ਗੱਲ ਤਿੰਨ ਚਾਰ ਪੁਰਾਣੀਆਂ ਮਸੀਤਾਂ ਹੈਗੀਆਂ। ਫਤਿਹਪੁਰੀ ਆ ਦੂਸਰੀ ਜਿਹੜੀ ਪੁਲਿਸ ਨੇ ਕਬਜ਼ੇ ਕੀਤੀ ਹੈ ਤੇ ਮੁਸਲਮਾਨਾਂ ਉੱਥੇ ਨਮਾਜ਼ ਨਹੀਂ ਪੜ੍ਹਨ ਦਿੰਦੇ, ਮਨਾ ਕੀਤਾ ਹੋਇਆ ਜੀ। ਤੇ ਉੱਥੇ ਵੀ ਮੌਲਵੀ ਸ਼ੌਲਵੀ ਗਏ ਸਨ ਕਿ ਸਾਨੂੰ ਇਹ ਮਸਜਿਦ ਦਿਓ ਤੇ ਉਹਨਾਂ ਨੂੰ ਮਨਾ ਕੀਤਾ ਕਿ ਤੁਸੀਂ ਇੱਥੇ ਨਮਾਜ਼ ਨਹੀਂ ਹੁਣ ਪੜ੍ਹ ਸਕਦੇ ਜੀ। ਇਹ ਖਵਾਜਾ ਜੀ ਕਿੰਨਾ ਚਿਰ ਸਾਡੇ ਨਾਲ ਇਹ ਕੰਮ ਚੱਲਦੇ ਰਹਿਣਗੇ? ਕਿੰਨਾ ਚਿਰ ਇਹ ਗਵਰਨਮੈਂਟਾਂ ਕਰਦੀਆਂ ਰਹਿਣਗੀਆਂ? ਇਹ ਦਮਨਾ ਦੀ ਨਾ ਮਨੂ ਸਮਿਤੀ ਦੀ ਇਹ ਚਾਲ ਹੈਗੀ ਆ। ਇਹ ਤੁਹਾਨੂੰ ਟੈਕਸ ਕਰਦੇ ਜਾਣਗੇ ਜਦ ਤੱਕ ਕੌਮ ਖੜੀ ਨਹੀਂ ਹੋਏਗੀ। ਮਨੂ ਸਿਮਰਤੀ ਦਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਖਤਮ ਕਰ ਦਿੱਤੀ ਸੀ, ਕੰਮ ਕਰਤਾ ਸੀ ਉਹਦਾ ਤਾਂ ਜੀ। ਠੀਕ, ਧੰਨਵਾਦ ਜੀ। ਹਾਂਜੀ ਹਾਂਜੀ ਸੌਰੀ ਹਾਂਜੀ। ਮਹਾਰਾਸ਼ਟਰ ਚ ਵੀ ਬਾਬਾ ਜੀ ਦੀ ਜਿਹੜੀ ਹੈਗੀ ਸੀ ਯਾਦਗਾਰ ਨੂੰ ਜਿਹੜੇ ਐਕਸਟ੍ਰੀਮਿਸਟ ਹਿੰਦੂ ਨੇ ਭਕਾਇਆ ਨਾ, ਉਹ ਵੀ ਉਹ ਗੁਰੂ ਹੈਗਾ ਦਾ ਇਹਦਾ ਪ੍ਰਧਾਨ ਮੰਤਰੀ ਮੋਦੀ ਦਾ, ਤੇ ਉਹਦੀ ਵੀ ਸ਼ਰਾਰਤ ਹੋ ਸਕਦੀ ਹੈ ਮਹਾਰਾਸ਼ਟਰ ਚ ਜਿਹੜੀ ਬਾਬਾ ਭੀਮਰਾਓ ਸਾਹਿਬ ਦੀ ਯਾਦਗਾਰ ਦੇ ਵਿੱਚ ਨਾ ਜਿਹੜੀ ਜੰਗ ਦਾ ਯੁੱਧ ਦਾ ਫਤਿਹ ਹੈਗੀ ਸੀ ਆਪਣੀ ਕੌਮ ਦੀ ਰਵਿਦਾਸੀਆ ਦੀ ਦਾ, ਉਹ ਵੀ ਉਹਨਾਂ ਨੇ ਨਾ ਇਹ ਹੱਥ ਇੱਕ ਜਗ੍ਹਾ ਨਹੀਂ ਪਾ ਰਹੇ ਪੂਰੇ ਮੁਲਕ ਚ। ਜਿਸ ਤਰ੍ਹਾਂ ਮੁਸਲਮਾਨਾਂ ਦੀਆਂ ਮਸੀਤਾਂ ਨੂੰ ਹੱਥ ਪਾ ਰਹੇ ਆ ਨਾ, ਕਮਜ਼ੋਰ ਹੈਗੀ ਲਿੱਸੀ ਕੌਮ, ਤੇ ਇਸ ਤਰ੍ਹਾਂ ਰਵਿਦਾਸੀ ਕੌਮ ਨੂੰ ਹਰ ਪਾਸੇ ਹੱਥ ਪਾਉਣਗੇ ਜਦ ਤੱਕ ਕੌਮ ਜਾਗਦੀ ਨਹੀਂ। ਜੈ ਭੀਮ, ਜੈ ਭੀਮ। ਦੇਖੋ ਕਿੰਨਾ ਖਵਾਜਾ ਜੀ ਨੇ ਕਿੰਨੇ ਸੋਹਣੇ ਵਿਚਾਰ ਦਿੱਤੇ। ਇੱਕ ਉਹ ਪਾਕਿਸਤਾਨੀ ਜਾਂ ਇੱਕ ਮੁਸਲਮਾਨ ਹੋਣ ਦੇ ਨਾਤੇ ਨਹੀਂ ਉਹਨੇ ਦਿੱਤੇ, ਇੱਕ ਇਨਸਾਨੀਅਤ ਦੇ ਤੌਰ ਤੇ ਉਹਨੇ ਆਪਣੇ ਵਿਚਾਰ ਦਿੱਤੇ ਆ, ਭਾਰਤੀਆ ਹੋਣ ਦੇ ਤੌਰ ਤੇ ਉਹਨੇ ਵਿਚਾਰ ਦਿੱਤੇ। ਸਤਿਗੁਰੂ ਦਾਸ ਮਹਾਰਾਜ ਨੂੰ ਔਰ ਸਿਕੰਦਰ ਲੋਧੀ ਨੇ ਉਹ ਜਗ੍ਹਾ ਦੇਣ ਦੇ ਉੱਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜਗ੍ਹਾ ਹੋਣ ਕਰਕੇ ਸਾਡਾ ਮੁਸਲਮਾਨਾਂ ਦਾ ਵੀ ਫਰਜ਼ ਬਣਦਾ ਕਿ ਇਹਨਾਂ ਲੋਕਾਂ ਦੇ ਨਾਲ, ਔਰ ਇਹ ਲੋਕ ਸਾਡੇ ਨਾਲ ਖੜੇ ਹੋਣ। ਅਸੀਂ ਹੁਣ ਬ੍ਰੇਕ ਤੇ ਜਾਵਾਂਗੇ, ਬ੍ਰੇਕ ਤੋਂ ਬਾਅਦ ਤੁਹਾਡੇ ਲਾਈਵ ਕਾਲਾਂ ਲਵਾਂਗੇ 020363000610। ਤੁਸੀਂ ਲਾਈਵ ਕਾਲ ਕਰਕੇ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਧੰਨਵਾਦ। ਜੈ ਗੁਰਦੇਵ। ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ। ਜੈ ਗੁਰਦੇਵ, ਧੰਨ ਗੁਰਦੇਵ। ਬ੍ਰੇਕ ਤੋਂ ਬਾਅਦ ਤੁਹਾਡੇ ਰੂਬਰੂ ਹੋ ਰਹੇ ਜਿਸ ਤਰ੍ਹਾਂ ਕਿ ਤੁਸੀਂ ਸੁਣਿਆ ਹੀ ਹੈ, ਪਹਿਲੇ ਸਾਡੇ ਵੀਰ ਖਵਾਜਾ ਜੀ ਨੇ ਬਹੁਤ ਹੀ ਸੋਹਣੇ ਵਿਚਾਰ ਆਪਣੇ ਵਡਮੁੱਲੇ ਵਿਚਾਰ ਦਿੱਤੇ ਹਨ। ਇਹ ਇੱਕ ਇਨਸਾਨੀਅਤ ਦੇ ਵਿੱਚ ਗੁਣ ਹੁੰਦੇ ਹਨ। ਇਨਸਾਨੀਅਤ ਕੋਈ ਕਿਸੇ ਧਰਮ ਦੇ ਨਾਲ ਨਹੀਂ ਬੱਝੀ ਹੁੰਦੀ। ਇਨਸਾਨੀਅਤ ਇਨਸਾਨ ਨੂੰ ਪਰਖਦਾ ਹੈ
ਔਰ ਜੋ ਸੱਚ ਹੈ ਉਹ ਸੱਚ ਉਹਨਾਂ ਦੇ ਮੂੰਹ ਦੇ ਉੱਤੇ ਆਉਂਦਾ ਹੈ, ਸੱਚ ਨੂੰ ਦੇਖ ਕੇ ਹੀ ਗੱਲ ਚੱਲਦੀ ਹੈ। ਡਾਕਟਰ ਸਾਹਿਬ, ਜਿਸ ਤਰ੍ਹਾਂ ਆਪਾਂ ਨੂੰ ਇਹ ਕਾਲ ਆਈ ਆ, ਉਹ दूसरे धर्म ਦਾ ਜਾਂ दूसरे मजहब ਦਾ ਹੁੰਦਿਆਂ ਹੋਇਆਂ ਉਸਨੇ ਉਹ ਗੱਲ ਕਹੀ ਆ ਜਿਹੜੀ ਕਿ ਸ਼ਾयद ਅਸੀਂ भी नहीं कह सकते सी। सही सही कहा आपने। देखिए, जब बात सच की आती है जी, जब बात ऐतिहासिक सच की आती है जी, तो जो सच्चा इंसान है वो तो सच ही कहेगा, झूठ थोड़ी ना कहेगा। लेकिन आज हम जिस निज़ाम के अंदर जी रहे हैं इंडिया में जी, और कुछ हद तक पाकिस्तान में भी, वो झूठों का झूठों के लिए बनाया हुआ निज़ाम है। इसलिए वो उनकी व्यवस्था को बनाए रखने के लिए झूठ को दबाकर बोलते हैं। अब देखिए ना, गुरु रविदास जी ऐतिहासिक पुरुष थे जी। उनके जन्म का स्थान, उनके मृत्यु का स्थान, उनका ऐतिहासिक दस्तावेज तत्कालीन राजाओं इनके सब में है, उसका सबूत है। लेकिन ब्राह्मण बढ़िया व्यवस्था काल्पनिक देवताओं को, बाबा साहब कहते हैं कि भारत का इतिहास माइथोलॉजी है और भारत की माइथोलॉजी को इतिहास बना दिया गया है। माइथोलॉजी का मतलब होता है काल्पनिक कथाएं, झूठ रची हुई काल्पनिक कहानियां। तो ये काल्पनिक कहानियों को ब्राह्मण बढ़ियाओं ने इतिहास बना दिया। जिस तरह उन्होंने ये तो रियलिटी है, जिस तरह उन्होंने, और जो रियलिटी है उसको काल्पनिक कहानियां जिस बताते तरह हैं। उन्होंने किया कि बाबा साहब ਦਾ ਮਹਾਰਾਸ਼ਟਰ ਦੇ ਵਿੱਚ ਵੀ ਸਟੈਚੂ ਤੋੜੇ ਜਾਂਦੇ ਆ, ਹੋਰ ਕਿਤੇ ਵੀ ਤੋੜੇ ਜਾਂਦੇ ਆ। ਦੇਖੋ ਉਹਨਾਂ ਨੂੰ ਵੀ ਦੁੱਖ ਆ, ਕਿਉਂਕਿ ਉਹਨੇ ਸੰਵਿਧਾਨ ਰਚਿਤਾ ਆ, ਸੰਵਿਧਾਨ ਦੇ संविधान बनाने वाले वो आ। बराबर, सही कहा, ठीक है नहीं? जो आज बाबा साहब के साथ हो रहा है, कल बुद्धा के साथ हर एक के साथ, काबुल कंधार से लेकर तो अफगानिस्तान से लेकर तो श्रीलंका तक और उधर सीरिया तक, चाइना तक। अब देखिए ना, इंडिया में जगह जगह जहाँ भी आप उत्खनन करोगे, जहाँ भी आप अगर कहीं खुदाई करोगे, तो वहाँ आपको बुद्धा की मूर्तियाँ मिलती है। और बुद्धा की मूर्तियाँ कैसी मिलती, किसी गर्दन टूटी हुई, किसी की चेहरा डिफेस किया हुआ। तो उन्होंने पास्ट में भी यही किया है। वो अपनी व्यवस्था, वो हमारे सच को छुपाकर खुद के झूठ को दबाकर बताते हैं। फिर वो कहानियाँ गढ़ते हैं, कोई माता, कोई बाबा, कोई भगवान बनाते हैं, और फिर वो लोगों को इस सुपरस्टिशन में, अंधश्रद्धा में फंसाते हैं। और जब जब भी वो अंधश्रद्धा में फंसाते हैं तो वो काल्पनिक कहानियों की किताबें लिखते हैं। जैसे मिसाल के तौर पर रामायण है, महाभारत है। इतिहासकार बताते हैं कि रामायण और महाभारत ये भारत में घटित नहीं हुए, ये कहानियों की जो प्लॉट है वो बाहर से लाए गए और भारत में लिखे गए। और जब ये कहानियाँ, जैसे आजकल टीवी पर जो सीरियल्स भी बनती है, तो ये सीरियल जो बनती है ना, ये हमारे हकीकत की जिंदगी से बहुत परे है। लेकिन आम आदमी जब देखता है तो वो कहानी में खुद को ढूंढता है और फिर वो कहानी के हिसाब से वो अमल करना शुरू कर देता है। तो अगर जिन लोगों को उनकी व्यवस्था बनानी होती है, वो सबसे पहले आपका इतिहास खत्म कर देते हैं और वो अपना इतिहास या झूठा इतिहास उस पर लगाते हैं। और फिर वो झूठा इतिहास जब हमारी जो आम आवाम उसको जब एब्सॉर्ब, हजम कर लेती है और उसके जैसा बिहेव करना शुरू कर देती है, तो उनका व्यवस्था खड़ी हो जाती है। तो यही हो रहा है। इसलिए बाबा साहब की मूर्तियाँ, बुद्धा की मूर्तियाँ, हमारे महापुरुषों के जो ऐतिहासिक स्थल है, उन पर ये बुलडोजर चलाने की बात करते हैं। इसलिए इस व्यवस्था के खिलाफ में लड़ना पड़ेगा। हाँ जी, ਜਿਹੜੇ ਸਾਡੇ ਲੋਕ ਆ, ਅਸੀਂ ਆਪਣੇ ਧਰਮ ਨੂੰ ਛੱਡ ਕੇ ਦੂਸਰੇ ਧਰਮ ਵੱਲ ਨੂੰ ਕਿਉਂ ਜਾਂਦੇ ਆ? ਇਸ ਕੋਲ ਲੈ ਲਈ ਪਹਿਲੇ। हाँ जरूर। हेलो जगदीप जी, हेलो। हाँ जी, जय गुरुदेव जी, जय भीम जी। जय भीम, जय गुरुदेव जी। ਵੀਰ ਜੀ ਕੌਣ ਤੇ ਕਿੱਥੋਂ ਬੋਲ ਰਹੇ ਜੀ? मैं विजय बोल रहा जी, इटली तो। हाँ जी विजय जी, की कहना चाहते हो? ਤੇ ਸਾਡਾ ਜਿਹੜਾ ਅੱਜ ਪ੍ਰੋਗਰਾਮ ਬਹੁਤ ਵਧੀਆ ਆ। ਤੁਸੀਂ ਜਿਹੜਾ ਆਪਣੇ ਤੁਗਲਕਾਬਾਦ, ਨਵੀਂ ਦਿੱਲੀ ਦਾ ਜਿਹੜਾ ਆਪਣੇ ਦਿੱਲੀ ਦਾ ਮੰਦਿਰ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਦੇ ਮੰਦਿਰ ਬਾਰੇ ਰੱਖਿਆ ਹੈਗਾ ਜੀ। ਤੇ ਪਰ ਉਹ ਬੜੇ ਦੁੱਖ ਦੀ ਗੱਲ ਆ ਵੀ ਸਾਡੇ ਮੰਦਿਰਾਂ ਦੇ ਉੱਤੇ ਇਹ ਇਦਾਂ ਦਾ ਅਤਿਆਚਾਰ ਕਰਦੇ ਜੀ। हाँ जी। ਦੂਜੇ ਬੰਨੇ ਹਜ਼ਾਰਾਂ ਕਰੋੜ ਰੁਪਇਆ ਲਾ ਕੇ ਰਾਮ ਦੀਆਂ ਮੂਰਤੀਆਂ ਲਾਈਆਂ ਜਾਂਦੀਆਂ ਆ ਜੀ। ਸਾਡਾ ਪਬਲਿਕ ਦਾ ਰੁਪਇਆ ਖਰਚਿਆ ਜਾਂਦਾ। ਉੱਥੇ ਬੜੇ ਦੁੱਖ ਦੀ ਗੱਲ ਆ ਇਹ ਕਿ ਸਾਡੇ ਮੰਦਿਰ ਕਿਉਂ ਤੋੜੇ ਜਾਂਦੇ ਆ। ਵਿਜੇ ਜੀ, ਮੈਂ ਇਸ ਗੱਲ ਵੀਰਾਂ ਦੀਆਂ ਮਸਜਿਦਾਂ ਤੋੜੀਆਂ ਜਾਂਦੀਆਂ। ਵਿਜੇ ਜੀ, ਮੈਂ ਇਸ ਗੱਲ ਇਹਨਾਂ ਦਾ ਕਦੀ ਕੋਈ ਮੰਦਿਰ ਨਹੀਂ ਤੋੜਿਆ। ਪਹਿਲਾਂ ਇਹਨਾਂ ਨੇ ਹਰਮੰਦਰ ਸਾਹਿਬ ਤੇ ਇੱਕ ਵਾਰੀ ਇਹਨਾਂ ਨੇ ਉਦੋਂ। ਹੈਲੋ ਹੈਲੋ, ਮੇਰਾ ਕਾਲ ਡ੍ਰੌਪ ਹੈ। ਵਿਜੇ ਜੀ, ਮੈਂ ਇਹ ਗੱਲ ਕਹਿਣੀ ਚਾਹੁੰਦਾ, ਅਸੀਂ ਕੋਈ ਕੀ ਬਣਾਉਂਦਾ ਕੀ ਨਹੀਂ ਬਣਾਉਂਦਾ, ਉਹਨਾਂ ਨੂੰ ਮੁਬਾਰਕ ਆ। ਲੇਕਿਨ ਸਾਡੇ ਉੱਤੇ ਕਿਉਂ ਇਹ ਅਤਿਆਚਾਰ ਜਿਹੜੇ ਢਾਏ ਜਾਂਦੇ ਆ, ਉਹ ਅਸੀਂ ਕਿਉਂ ਉਹਨਾਂ ਨੂੰ ਸਹਿਣ ਕਰੀਏ? ਹੈਲੋ, ਮੇਰੇ ਖਿਆਲ ਅਸੀਂ ਅਸੀਂ ਉਹ ਨਹੀਂ ਜੀ ਜੀ ਬੋਲੋ। ਹੈਲੋ। ਹਾਂਜੀ, ਅਸੀਂ ਇਹ ਕਹਿੰਦੇ ਆ ਵੀ ਅਸੀਂ ਉਹਨਾਂ ਨੂੰ ਠੀਕ ਆ, ਉਹ ਬਣਾਉਂਦੇ ਆ ਜੋ, ਪਰ ਅਸੀਂ ਇਤਰਾਜ਼ ਨਹੀਂ ਕਰਦੇ। ਪਰ ਰੁਪਈਆ ਤਾਂ ਉਹ ਸਰਕਾਰੀ ਰੁਪਈਆ, ਸਾਡਾ ਪਬਲਿਕ ਦਾ ਰੁਪਈਆ ਲੱਗਦਾ, ਜਿਹੜੇ ਸਾਨੂੰ ਟੈਕਸ ਪੈਂਦੇ ਆ। ਠੀਕ ਆ, ਰੁਪਈਆ ਉਹੀ ਲਾਈ ਜਾਂਦੇ ਮੂਰਤੀਆਂ ਤੇ, ਪਰ ਜਿਹੜੇ ਸਾਡੇ ਬਣੇ ਉਹਨਾਂ ਨੂੰ ਕਿਉਂ ਤੋੜਿਆ ਜਾਂਦਾ? ਸਾਡੇ ਉੱਤੇ ਕਿਉਂ ਅਤਿਆਚਾਰ ਹੋ ਰਿਹਾ? ਵੀ ਜੇ ਸਾਡੇ ਨਾ ਸਮਾਜ ਦੇ ਲੋਕ ਜਿੰਨਾ ਚਿਰ ਇਕੱਠੇ ਨਹੀਂ ਹੁੰਦੇ, ਇੱਕ ਬਹੁਜਨ ਸਮਾਜ ਔਰ ਸਿੱਖ ਸਮਾਜ, ਕ੍ਰਿਸਚਨ ਸਮਾਜ
ਮੁਸਲਮਾਨ ਸਮਾਜ ਹਾਂਜੀ ਅਸੀਂ ਇਹ 40 ਸਮਾਜ ਇਕੱਠੇ ਹੋ ਜਾਈਏ ਤਾਂ ਇਹ ਕੁਸਕ ਨਹੀਂ ਸਕਦੇ ਲੋਕ। ਇਹ ਸਾਡੀ ਜਿਹੜੀ ਨਕਾਮੀ ਆ, ਅਸੀਂ ਨਕਾਮ ਇਹ ਸਾਡੀ ਕਮਜ਼ੋਰੀ ਇਹ ਹੈ ਕਿ ਅਸੀਂ ਇਕੱਠੇ ਨਹੀਂ ਹੋਏ ਜੀ। ਧੰਨਵਾਦ ਜੀ ਵਿਜੇ ਜੀ, ਇਹ ਸਨ ਵਿਜੇ ਜੀ ਇਟਲੀ ਤੋਂ। ਹੈਲੋ ਜਗਦੇਵ ਜੀ। ਹੈਲੋ ਜੈ ਗੁਰਦੇਵ ਭਾਜੀ। ਹਾਂਜੀ ਭੈਣ ਜੀ ਸਰਬਜੀਤ ਜੀ। ਹਾਂਜੀ ਹਾਂਜੀ ਭਾਜੀ ਜੈ ਗੁਰਦੇਵ ਜੀ। ਨਾਲ ਹਾਂਜੀ ਉਹਨਾਂ ਨੂੰ ਵੀ, ਨਾਲ ਜਿਹੜੇ ਮਹਿਮਾਨ ਆਏ ਉਹਨਾਂ ਨੂੰ ਵੀ ਜੈ ਗੁਰਦੇਵ। ਧੰਨਵਾਦ। ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਪਹਿਲਾਂ ਤਾਂ ਸਾਰਿਆਂ ਤੋਂ ਸਤਿਗੁਰੂ ਕਬੀਰ ਮਹਾਰਾਜ ਜੀ ਦਾ ਗੁਰਪੁਰਬ ਬਣਾ ਕੇ ਗਿਆ ਸੀ, ਉਹਨਾਂ ਦੀ ਸਾਰਿਆਂ ਨੂੰ ਵਧਾਈ ਦਿੰਦੇ ਆ। ਤੇ ਉਸ ਤੋਂ ਬਾਅਦ ਜਿੰਨੀਆਂ ਵੀ ਮਤਲਬ ਕਿ ਤੁਹਾਡੀਆਂ ਵਿਚਾਰਾਂ ਅਸੀਂ ਸਹਿਮਤ ਹਾਂ, ਬਿਲਕੁਲ ਇਕੱਠੇ ਹੋਣਾ ਚਾਹੀਦਾ। ਬਹੁਤ ਵਧੀਆ ਮਤਲਬ ਕਿ ਆਜ਼ਾਦ ਟੀਵੀ ਰਾਹੀਂ ਸਾਨੂੰ ਵਿਚਾਰ ਆਪਣੇ ਸਮਾਜ ਦੀ ਜਾਣਕਾਰੀ ਮਿਲਦੀ ਹੈ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਇਸ ਟਾਈਮ ਇਕੱਠੇ ਹੋਵੋ। ਹੁਣ ਨਹੀਂ ਇਕੱਠੇ ਹੋਣਾ ਤਾਂ ਫੇਰ ਕਦੋਂ ਹੋਣਾ ਹੈ, ਹਨਾ। ਜੈ ਗੁਰਦੇਵ ਭਾਜੀ ਸਾਰਿਆਂ ਨੂੰ। ਧੰਨਵਾਦ ਜੀ। ਇਹ ਸਨ ਭੈਣ ਜੀ ਸਰਬਜੀਤ ਜੀ ਜਿਹੜਾ ਇਟਲੀ ਤੋਂ। ਤੇ ਉਹਨਾਂ ਨੂੰ ਵੀ ਜਿਹੜੀ ਅਸੀਂ ਗੱਲ, ਜਦੋਂ ਵੀ ਆਪਾਂ ਕੋਈ ਵੀ ਗੱਲ ਕਰਦੇ ਹਾਂ, ਸਾਰਿਆਂ ਦੇ ਦਿਲਾਂ ਦੇ ਵਿੱਚ ਦਰਦ ਹੈ ਆਪਣੇ ਸਤਿਗੁਰਾਂ ਦੇ ਲਈ, ਆਪਣੇ ਲੀਡਰਾਂ ਲਈ, ਆਪਣੇ ਪੈਗੰਬਰਾਂ ਲਈ। ਜਿਸ ਨੂੰ ਜਿਹੜਾ ਵੀ ਕੋਈ ਮੰਨਦਾ ਹੈ, ਜਿਸ ਨੂੰ ਵੀ ਕੋਈ ਮੰਨਦਾ ਹੈ, ਉਸ ਲਈ ਉਸ ਦੇ ਅੰਦਰ ਦਰਦ ਹੈ। ਲੇਕਿਨ ਇਹ ਨਹੀਂ ਕਿ ਉਹ ਸਾਡੇ ਦਰਦ ਦੇ ਉੱਤੇ ਕੋਈ ਖਰੋਚ ਮਾਰੇ ਜਾਂ ਉਸ ਨੂੰ ਕੋਈ ਟੁੰਬੇ ਕਿ ਜੇ ਇਹ ਗੁਰੂ ਦਾਸ ਮਹਾਰਾਜ ਦੇ ਪੁਜਾਰੀ ਹਨ ਤਾਂ ਇਹਨਾਂ ਦਾ ਜਿਹੜਾ ਮੰਦਿਰ ਆ ਉਹਦੀਆਂ ਕੰਧਾਂ ਤੋੜ ਦਿੱਤੀਆਂ ਜਾਣ, ਜਾਂ ਪੋਰਟਰੇਟ ਤੋੜ ਦਿੱਤੀ ਜਾਵੇ, ਜਾਂ ਬਾਬਾ ਸਾਹਿਬ ਦੇ ਪੁਜਾਰੀ ਆ ਤਾਂ ਉਹਨਾਂ ਦੇ ਸਟੈਚੂ ਤੋੜ ਦਿੱਤੇ ਜਾਣ। ਜੇ ਭਗਵਾਨ ਵਾਲਮੀਕ ਦੇ ਪੁਜਾਰੀ ਹਨ ਉਹਨਾਂ ਦੀ ਰਮਾਇਣ ਜਾਂ ਹੋਰ ਕੋਈ ਚੀਜ਼ ਹੈ ਜਿਹੜੀ ਉਹਨੂੰ ਕੋਈ ਤੋੜਿਆ ਮਰੋੜਿਆ ਜਾਵੇ। ਇਹ ਜਿਹੜੀ ਹੈ ਸਹਿਣ ਕਰਨ ਦੀ ਜਿਹੜੀ ਲਾਈਨ ਸੀ, ਇੱਕ ਰੇਖਾ ਸੀ, ਉਸ ਦੇ ਉੱਤੋਂ ਲੰਘ ਚੁੱਕੇ ਹਨ। ਜਿਹੜਾ ਇਹ ਸਮਾਜ ਆ, ਜਿਹੜਾ ਭਾਈਚਾਰਾ ਆ, ਜਿਹੜਾ ਆਪਣੀ ਕਮਿਊਨਿਟੀ ਹੈ, ਜਿਹੜੀ ਅੱਜ ਇਹ ਜਾਗਦੀ ਔਰ ਜਿੰਦਾ ਦਿਲ ਹੈ ਔਰ ਪੜ੍ਹੇ ਲਿਖੇ ਨੌਜਵਾਨ ਆ ਚੁੱਕੇ ਹਨ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਆਪਣਾ ਇਤਿਹਾਸ ਔਰ ਬਗਾਨਾ ਇਤਿਹਾਸ ਮਿਥਿਹਾਸ, ਜਿਸ ਤਰ੍ਹਾਂ ਡਾਕਟਰ ਸਾਹਿਬ ਉਹਨਾਂ ਨੇ ਦੱਸਿਆ, ਇਹ ਸਾਨੂੰ ਅੱਗੇ ਪਹਿਲਾਂ ਮਿਥਿਹਾਸ ਹੀ ਦਿਖਾ ਦੇ ਰਹੇ। ਇਤਿਹਾਸ ਤਾਂ ਸਾਡਾ ਦਿਖਾਲਿਆ ਹੀ ਨਹੀਂ ਕਿਸੇ ਨੇ। ਜੇ ਇਤਿਹਾਸ ਥੋੜ੍ਹਾ ਬਹੁਤਾ ਸਾਡੇ ਕੋਲ ਆਇਆ ਬਾਬਾ ਸਾਹਿਬ ਨੇ ਜਾਂ ਸਤਿਗੁਰੂ ਦਾਸ ਮਹਾਰਾਜ ਨੇ ਜਾਂ ਜਿਹੜੇ ਸਾਡੇ ਮਹਾਂਪੁਰਸ਼ ਆਏ ਆ, ਉਹ ਸਾਨੂੰ ਇਤਿਹਾਸ ਦੀ ਗੱਲ ਕਰਨ ਲੱਗੇ ਆ ਤਾਂ ਸਾਡੇ ਉੱਤੇ ਅਤਿਆਚਾਰ ਜਿਹੜੇ ਹੋਣੇ ਸ਼ੁਰੂ ਹੋ ਗਏ। ਹਾਂਜੀ ਚੌਹਾਨ ਜੀ। ਦੇਖੋ ਜੀ, ਜਿਸ ਤਰ੍ਹਾਂ ਹੁਣ ਤੁਸੀਂ ਹੈ ਨਾ, ਇਹ ਨਿਊ ਜਨਰੇਸ਼ਨ ਦੀ ਗੱਲ ਕੀਤੀ ਹੈ ਨਾ, ਵੀ ਉਹਨਾਂ ਨੂੰ ਇਤਿਹਾਸ ਨੂੰ ਮਿਥਿਹਾਸ ਬਣਾ ਕੇ ਦੱਸਿਆ ਜਾ ਰਿਹਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਅਸੀਂ ਬਾਬਾ ਸਾਹਿਬ ਦੀ ਹਿਸਟਰੀ ਦੇਖ ਲਈਏ। श्री गुरु रविदास महाराज की जो फिलॉसफी सी, हार्ड मास और रक्त का बना है जी आकार, आंख विसार के देख लो सारा जगत चमार। और ये जात रू ने भी जो सारा जोड़ा एक चमदा बना सारे ही एक, इस फिलॉसफी ने असीं समझे ही नहीं। बाबा साहब ने भी जोड़ा एक मैसेज दिता, एक सारिਆਂ ਨੂੰ इकट्ठे करने ਲਈ भी बराबरता करने की कोशिश की भी एक इकट्ठे होकर असीं इकट्ठे होइए। पर जे नवीं जनरेशन की मैं गल कर रहा, नवीं जनरेशन ਨੂੰ जे आई ਜਿਹੜੀ ਅਸੀਂ ਮੰਦਰ ਦੀ ਗੱਲ ਕਰ ਰਹੇ ਹਾਂ, ਜੇ ਸਾਰੇ ਮੰਦਰ ਦੀ ਪੁਰਾਣੀ ਹਿਸਟਰੀ ਜਿੱਦਾਂ ਆਪਣੇ ਬ੍ਰੈਡਫੋਰਡ ਤੋਂ ਭਾਈ ਸਾਹਿਬ ਨੇ ਜੀ ਇਹ ਖਵਾਜਾ ਜੀ ਨੇ ਗੱਲ ਕੀਤੀ, ਬਹੁਤ ਵਧੀਆ ਗੱਲ ਕੀਤੀ। ਇਹੋ ਜਿਹੀ ਹਿਸਟਰੀ ਸਾਡੇ ਜਵਾਨਾਂ ਦੇ ਸਾਹਮਣੇ ਆ ਜਾਵੇ, ਅੱਜ ਦੀ ਜਨਰੇਸ਼ਨ ਨੂੰ ਦੱਸਿਆ ਜਾਵੇ, ਕਿਉਂਕਿ ਉਹਨਾਂ ਨੂੰ ਜਦੋਂ ਪਤਾ ਲੱਗੇ ਵੀ ਇਹ ਜਦ ਸਾਰਾ ਇੰਨੀ ਹਿਸਟਰੀ ਪਹਿਲਾਂ ਇੰਨੀ ਤੋਂ ਬਣੀ ਰਹੀ ਆ, ਇਹਨਾਂ ਦਾ ਮਤਲਬ ਕੀ। ਮੈਂ ਤਾਂ ਇੱਥੋਂ ਤੱਕ ਵੀ ਇੱਕ ਡਰਦਾ ਗੱਲ ਕਹਿ ਰਿਹਾ, ਜੇ ਇਹੋ ਜਿਹੇ ਮਸਲੇ ਅਸੀਂ ਸੁਪਰੀਮ ਕੋਰਟ ਤੱਕ ਵੀ ਲਿਆਈਏ, ਅਸੀਂ ਉਪਚਲੇ ਆਪਣੀਆਂ ਕਨਸਟੀਟਿਊਸ਼ਨ ਤੱਕ ਲਿਆਈਏ, ਸਾਡੇ ਪੜ੍ਹੇ ਲਿਖੇ ਲੈਣ, ਉੱਥੋਂ ਵੀ ਸਾਨੂੰ ਇੱਕ ਚੌਹਾਨ ਜੀ ਇਹ ਜਿਹੜਾ ਕੇਸ ਆ ਆਲਰੇਡੀ ਸੁਪਰੀਮ ਕੋਰਟ ਦੇ ਵਿੱਚ ਆ, ਪ੍ਰੋਪਰ ਨਹੀਂ, ਮੈਂ ਕਹਿੰਦਾ ਉਹਨੂੰ ਪ੍ਰੋਪਰ ਉਹਨੂੰ ਇੱਕ ਡੀਲ ਹੈਂਡਲ ਨਹੀਂ ਕੀਤਾ ਗਿਆ, ਤਾਂ ਕਿ ਇਹੋ ਜਿਹੇ ਕੇਸ ਜਿਹੜੇ ਉਹਦੇ ਪਿੱਛੇ ਬੜੇ ਹੱਥ ਹਨ, ਤਾਂ ਕਿ ਹੈਂਡਲ ਕਿਉਂ ਨਹੀਂ ਕੀਤਾ ਗਿਆ, ਇਹਦੇ ਪਿੱਛੇ ਇੱਕ ਵਧੀਆ ਕੇਸ ਦੀ ਜਵਾਬਦੇਹੀ ਹੋਈ ਕਿਉਂ ਨਹੀਂ, ਜਾਂ ਇਹਦਾ ਫੈਸਲਾ ਕਿਉਂ ਨਹੀਂ ਹੋਇਆ। ਹੁਣ ਵੀ ਇਹਨੂੰ ਰਿਵਿਊ ਕੀਤਾ ਜਾ ਸਕਦਾ ਜੇ ਉਸ ਵੇਲੇ ਨਹੀਂ ਹੈਂਡਲ ਹੋਇਆ ਪ੍ਰੋਪਰ, ਜੇ ਉਸ ਵੇਲੇ ਇਸ ਤਰ੍ਹਾਂ ਕਿਸੇ ਨੂੰ ਪਤਾ ਨਹੀਂ ਸੀ ਜ਼ਿਆਦਾ। ਜੇ ਤੇ ਹੁਣ ਸਾਡੀ ਭੈਣ ਭਰਾ, ਸਾਡੀ ਜਿਹੜੀ ਸਭਾ ਸੁਸਾਇਟੀਆਂ ਜਾਗ ਚੁੱਕੀਆਂ ਨੇ, ਪਹਿਲੀ ਗੱਲ ਤਾਂ ਬਹੁਤਿਆਂ ਨੂੰ ਪਤਾ ਹੀ ਨਹੀਂ ਵੀ ਉੱਥੇ ਮੰਦਰ ਹੈ ਜੀ, ਬਹੁਤਿਆਂ ਨੂੰ ਪਤਾ ਹੀ ਨਹੀਂ ਵੀ ਜੇ ਸਾਡੇ ਮਹਾਰਾਜ ਨੂੰ, ਸ੍ਰੀ ਗੁਰੂ ਦਾਸ ਮਹਾਰਾਜ ਜੀ ਨੂੰ ਇਹ ਭੇਂਟ ਕੀਤਾ ਗਿਆ, ਇਹ ਹਿਸਟਰੀ ਦਾ ਪਤਾ ਨਹੀਂ। ਅੱਜ ਜੇ ਹਿਸਟਰੀ ਸਾਹਮਣੇ ਆਈ, ਆਓ ਖੜੇ ਹੋ ਕੇ ਉਸਨੂੰ ਕੇਸ ਨੂੰ ਰਿਵਿਊ ਹੋਵੇ, ਰਿਵਿਊ ਹੋ ਕੇ ਇੱਕ ਪਰਖਾ ਜਿਹੜਾ ਫੈਸਲਾ ਨਾ ਹੋਵੇ, ਤਾਂ ਕਿ ਜਿਹੜਾ ਕਿ ਇੱਕ ਭਾਈਚਾਰੇ ਦਾ ਵਧੀਆ ਕੰਮ ਹੈ ਉਹ ਹੋ ਸਕੇ। ਕਾਲ ਲੈ ਲਈਏ ਚੌਹਾਨ ਜੀ ਜੋ। ਹੈਲੋ ਜਗਦੇਵ ਜੀ। ਹੈਲੋ ਜਗਦੇਵ ਜੀ। ਹੈਲੋ ਜੈ ਗੁਰਦੇਵ ਜੈ ਭੀਮ। ਜੈ ਗੁਰਦੇਵ ਜੈ ਭੀਮ ਜੀ। ਹਾਂਜੀ ਸਤਿਆਰਤੂ ਜੀ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਤੁਹਾਡਾ ਪ੍ਰੋਗਰਾਮ ਤਾਂ ਬਹੁਤ ਸੋਹਣਾ ਚੱਲਦਾ ਆ। ਧੰਨਵਾਦ ਜੀ। ਹਾਂਜੀ ਪਰ ਮੈਂ ਇਹ ਕਹਿਣਾ ਚਾਹੁੰਦੀ, ਸਾਰੇ ਜਣੇ ਕਹੀ ਜਾਂਦੇ ਇਕੱਠੇ ਹੋਵੋ ਇਕੱਠੇ ਹੋਵੋ, ਇਕੱਠੇ ਬਾਹਰੋਂ ਹੋਣਾ ਜੀ। ਜਿਹੜੇ ਆਪਣੇ ਟੀਵੀ ਚਲਾਉਣ ਵਾਲੇ ਆ, ਪਹਿਲਾਂ ਤਾਂ ਉਹਨਾਂ ਨੂੰ ਮੋਹਰ ਕਰਨੀ ਚਾਹੀਦੀ ਹੈ, ਅੱਜ ਨੂੰ ਤਾਂ ਹੋਣਾ ਵੀ ਚਾਹੀਦਾ ਸੀਗਾ ਜੀ। ਇੰਡੀਆ ਵਾਲੇ ਤਾਂ ਵਿਚਾਰੇ ਜੋ ਕੁਛ ਹੁੰਦਾ ਕਰੀ ਜਾਂਦੇ ਆ ਜੀ, ਤੇ ਆਪਾਂ ਇੱਥੇ ਬੈਠੇ ਕੀ ਕਰਦੇ ਆ? ਹਾਂਜੀ
ਤੇ ਆਪਾਂ ਨੂੰ ਵੀ ਸਾਰਿਆਂ ਨੂੰ ਇੱਥੇ ਇਕੱਠੇ ਹੋਣਾ ਚਾਹੀਦਾ ਸੀਗਾ। ਭੈਣ ਜੀ ਮੈਂ ਇਹਦੇ ਵਿੱਚ ਗੱਲ ਇਹ ਕਹਿਣੀ ਚਾਹੁੰਦਾ ਜ਼ਰੂਰ ਵੀ ਟੀਵੀ ਵਾਲੇ ਕੀ ਕਰ ਸਕਦੇ, ਟੀਵੀ ਵਾਲੇ ਤਾਂ ਗੱਲ ਦੱਸ ਸਕਦੇ, ਮੈਸੇਜ ਦੇ ਸਕਦੇ ਆ, ਭੈਣਾਂ ਭਰਾਵਾਂ ਨੂੰ ਅਵੇਅਰ ਕਰ ਸਕਦੇ ਆ, ਜਿਹੜੀ ਗੱਲ ਦਾ ਨਹੀਂ ਪਤਾ। ਜਿਸ ਤਰ੍ਹਾਂ ਕਿ ਮੈਂ ਆਪਾਂ ਵੈਸੇ ਗੱਲ ਐਗਜ਼ਾਮਪਲ ਦੇਣ ਲੱਗਾ ਕਿ ਜਿਸ ਤਰ੍ਹਾਂ ਸਾਡੇ ਭਗਵਾਨ ਵਾਲਮੀਕ ਸਭਾਵਾਂ ਹਨ, ਗੁਰਦਾਸ ਸਭਾਵਾਂ ਹਨ, ਬਾਬਾ ਸਾਹਿਬ ਅੰਬੇਡਕਰ ਸਭਾਵਾਂ ਹਨ, ਬੁੱਧ ਸੁਸਾਇਟੀਆਂ ਹਨ, ਇਹ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਜਿਹੜੇ ਇਹਨਾਂ ਦੇ ਮੋਹਰੀ ਆ, ਜਿਹੜੇ ਹੈਡ ਆ, ਇਹਨਾਂ ਨੂੰ ਇੱਕ ਮੀਟਿੰਗ ਕਾਲ, ਐਮਰਜੈਂਸੀ ਮੀਟਿੰਗ ਕਾਲ ਕਰਨੀ ਚਾਹੀਦੀ। ਮੇਰਾ ਆਪਣਾ ਵਿਊ ਆ ਇਹ, ਇਹਨਾਂ ਨੂੰ ਕਾਲ ਕਰਦੇ ਤਾਂ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ। ਤੁਸੀਂ ਮੋਰੇ ਹੋਵੋ ਜਾਂ ਤੁਸੀਂ ਦੱਸਦੇ ਸਾਰਿਆਂ ਨੂੰ ਜੀ, ਜਦੋਂ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ। ਜਦੋਂ ਹੁੰਦੇ ਆ ਇਕੱਠੇ, ਜਦੋਂ ਉੱਥੇ ਮੋਰੇ ਜਾਂਦੇ ਆ ਤਾਂ ਮੋਰੇ ਕੋਈ ਪੇਪਰ ਨਹੀਂ ਲੈਂਦਾ, ਫੇਰ ਅਗਲੇ ਇਸ ਕਰਕੇ ਨਹੀਂ ਵੀ ਆਉਂਦੇ। ਸਾਡੇ ਨਾਲ ਹੁਣ ਕਿੰਨੀ ਵਾਰੀ ਇਦਾਂ ਹੋਈ ਆ ਜੀ, ਇਸ ਕਰਕੇ ਅਗਲਾ ਨਹੀਂ ਕੋਈ ਮੋਰੇ ਆਉਂਦਾ ਜੀ। ਆਪਾਂ ਨੂੰ ਸੋਚਣਾ ਚਾਹੀਦਾ ਇਹਦੇ ਵਿੱਚ। ਆਪਾਂ ਜੇ ਸਮਾਜ ਦੇ ਆ ਜਾਂ ਗੁਰੂ ਰਵਿਦਾਸ ਆ ਜਾਂ ਬਾਬਾ ਸਾਹਿਬ ਆ, ਵਾਲਮੀਕ ਸਾਹਿਬ ਆ, ਸਾਨੂੰ ਸਾਰਿਆਂ ਨੂੰ ਏਕਾ ਕਰਨਾ ਚਾਹੀਦਾ ਜੀ। ਮੈਂ ਦੁਬਾਰਾ ਫੇਰ ਚੱਲਣਾ ਚਾਹੀਦਾ ਆ, ਫੇਰ ਹੀ ਅਸੀਂ ਕੁਝ ਕਰ ਸਕਦੇ ਆ। ਹਾਂਜੀ ਤਾਂ ਉਹ ਕੁਛ ਨਾ ਕੁਛ ਕਰਦੀ ਰਹਿੰਦੀ ਗਵਰਨਮੈਂਟ। ਮੈਂ ਦੁਬਾਰਾ ਰਿਪੀਟ ਭੈਣ ਜੀ ਕਰਨਾ ਫੇਰ ਚਾਹੁੰਦਾ ਆ ਕਿ ਮੈਂ ਇਸ ਮੰਚ ਤੋਂ ਇਹ ਮੈਂ ਬੇਨਤੀ ਕਰਦਾ ਆ ਕਿ ਜਿੰਨੀਆਂ ਭਗਵਾਨ ਵਾਲਮੀਕ ਸਭਾਵਾਂ ਹਨ, ਸਤਿਗੁਰੂ ਦਾਸ ਮਹਾਰਾਜ ਨਾਮ ਲੇਵਾ ਸਭਾਵਾਂ ਹਨ, ਜਿੰਨੀਆਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਭਾਵਾਂ ਕਮੇਟੀਆਂ ਹਨ, ਜਿੰਨੀਆਂ ਭਗਵਾਨ ਬੁੱਧ ਦੇ ਜਿਹੜੇ ਬੁੱਧ ਵਿਹਾਰਾ ਬਣੇ ਹਨ, ਜਿੰਨੇ ਵੀ ਉਹਨਾਂ ਦੀ ਸਭਾ ਸੁਸਾਇਟੀਆਂ ਹਨ, ਜਾਂ ਹੋਰ ਵੀ ਜਿਹੜਾ ਸਾਡਾ ਭਾਈਚਾਰਾ ਹੈ, ਮੈਂ ਇਹਨਾਂ ਨੂੰ ਇਹ ਬੇਨਤੀ ਕਰਦਾ ਕਿ ਆਓ ਇੱਕ ਪਲੇਟਫਾਰਮ ਤੇ ਤੁਸੀਂ ਇਕੱਠੇ ਹੋ ਕੇ ਇੱਕ ਐਸੀ ਮੀਟਿੰਗ ਕਰੋ ਜਿਸ ਦੇ ਨਾਲ ਕਿ ਭਾਰਤ ਸਰਕਾਰ ਨੂੰ ਇਹ ਪਤਾ ਲੱਗ ਜਾਵੇ ਕਿ ਦੁਨੀਆ ਦੇ ਕੋਨੇ-ਕੋਨੇ ਵਿੱਚ ਇਹ ਲੋਕ ਜਿਹੜੇ ਆ, ਇਹ ਜਿੰਨੇ ਵੱਖਰੇ ਬੇਸ਼ੱਕ ਹੋਣਗੇ, ਲੇਕਿਨ ਇਹ ਆਪਣੇ ਧਰਮ ਦੇ ਨਾਂ ਤੇ ਆਪਣੇ ਭਾਈਚਾਰੇ ਦੇ ਨਾਲ ਇਕੱਠੇ ਹਨ। ਇਹ ਮੈਂ ਜ਼ਰੂਰ ਬੇਨਤੀ ਕਰੂੰਗਾ ਸਾਰੀਆਂ ਸਭਾ ਸੁਸਾਇਟੀਆਂ ਨੂੰ, ਜਿਹੜੇ ਵੀ ਸਾਰੇ ਆਪਣੇ ਭਾਈ ਭੈਣ ਸੁਣਦੇ ਆ। ਮੈਂ ਕਿਉਂਕਿ ਮੈਂ ਇਹ ਨਹੀਂ ਇਕੱਲਾ ਹੀ ਮੈਂ ਕਹਿ ਸਕਦਾ, ਜਾਂ ਮੈਂ ਤਾਂ ਇਹ ਕਹਿ ਸਕਦਾ ਆ ਕਿ ਸਾਨੂੰ ਇਹ ਸਭਾ ਸੁਸਾਇਟੀਆਂ ਦੇ ਉੱਤੋਂ ਉੱਠ ਕੇ ਕੰਮ ਇਹ ਕਰਨੇ ਚਾਹੀਦੇ ਹਨ। ਕਿਉਂ ਮੈਂ ਦੇਖਿਆ ਜਦੋਂ 78 ਜਾਂ 79 ਦੀ ਗੱਲ ਕਰਦੇ ਆ, 100 ਕੋਚ ਜਦੋਂ ਲੰਡਨ ਦੇ ਵਿੱਚ ਹਾਈਡ ਪਾਰਕ ਦੇ ਵਿੱਚ ਜਾਂਦੀ ਸੀ ਤੇ ਉਦੋਂ ਪਤਾ ਲੱਗਦਾ, ਉਦੋਂ ਮੈਮੋਰੀਅਲ ਕਮੇਟੀ ਬ੍ਰਿਟੇਨ ਦਾ ਜਿਹੜਾ ਡੰਕਾ ਵੱਜਦਾ ਹੁੰਦਾ ਸੀ। ਇਹ ਉਸ ਵੇਲੇ ਦੀ ਜਿਹੜੀ ਗੱਲ ਹੈ 78 ਤੋਂ 92 91 ਦੀਆਂ ਗੱਲਾਂ ਲਾ ਲਓ, ਜਦੋਂ ਵੀ ਗਿੰਦੋ ਰਾਮ ਦਾ ਕਤਲ ਹੋਇਆ ਜਿਹੜੇ ਬੈਲਗੇਰਾ ਵਿੱਚ, ਉਦੋਂ ਵੀ ਇਸ ਤਰ੍ਹਾਂ ਹੋਇਆ। ਜਦੋਂ ਸੰਤ ਰਾਮਾਨੰਦ ਮਹਾਰਾਜ ਦਾ ਅਸੈਸੀਨੇਸ਼ਨ ਹੋਇਆ, ਉਸ ਵਕਤ ਵੀ ਇਸ ਤਰ੍ਹਾਂ ਜਿਹੜਾ ਸਾਡਾ ਸਮਾਜ ਆ ਉੱਥੇ ਲੰਡਨ ਦੇ ਵਿੱਚ ਗਿਆ। ਅੱਜ ਕੀ ਸਾਡੇ ਸਮਾਜ ਦੇ ਕੋਲ ਇੰਨੀ ਸੂਝ ਹੈ ਨਹੀਂ ਕਿ ਅਸੀਂ ਇਹ ਕੰਮ ਲਈ ਚੱਲੀਏ? ਹੈਗੀ ਆ, ਜਾਣਗੇ, ਜ਼ਰੂਰ ਜਾਣਗੇ। ਹਾਂਜੀ ਤੁਸੀਂ ਡਾਕਟਰ ਜੀ ਕੀ ਹਾਂਜੀ ਐਡ ਕਰਨੇ ना अभी आप जब बता रहे थे कि भाई हमारा समाज यहाँ कब इकट्ठा हुआ है, तो मैंने ये देखा है कि हमारे समाज की एक फितरत है, हम प्रतिक्रिया में ही इकट्ठा होते हैं। कोई चीज हो जाती है ना तो उसको प्रतिक्रिया देने में इकट्ठा होते हैं। अभी जो रत्तू बहन जी ने जो बार बार वो कहती है कि भाई वो तो चिढ़कर उन्होंने कहा कि भाई इकट्ठा क्यों नहीं होते, तो उसकी और आपने भी चौहान जी को सवाल किया कि भाई हम पर ही क्यों अन्याय हो रहे हैं और हमारे लोग दूसरे धर्मों में क्यों जाते हैं। मसला यह है कि आप यूनिटी की बात जब करते हैं कौम को इकट्ठा करने की, देखिए ना अब हम 3 लोग यहाँ, मैं बार बार आता हूँ, क्यों आता हूँ? क्योंकि मेरे विचार रमेश जी के विचार से मिलते हैं। हम कौम को इकट्ठा करने की बात करना चाहते हैं। कोई भी समाज, कोई भी कौम को इकट्ठा होने की बात और प्रक्रिया तभी शुरू हो सकती है जब सबके विचार एक हो। हमारे विचार एक होना यह बुनियाद है। अगर ये बुनियाद मजबूत ना हो तो हम इकट्ठा होने की प्रक्रिया नहीं होगी। जिस प्रकार से ब्राह्मण बनिया हिंदुत्व के नाम पर सारे गैर ब्राह्मणों को इकट्ठा करते हैं, क्या हम हमारे भले के लिए SC ST OBC के तेली तंबोली साली माली तरखान जाट सुनार लोहार सुतार इनको इकट्ठा कर सकते हैं? यह मसला है जिसको हम बहुजन समाज करते हैं। बहुजन समाज क्या है? बहुजन समाज SC ST OBC से मिलकर बनता है। ब्राह्मण बनिया ये व्यवस्था जो है वो आपको हिंदुआइज करती है, जिसको सोशल साइंसेस में एक शब्द है ब्राह्मणाइज करना। ब्राह्मणाइज करने का मतलब यह है कि आप जब वाल्मीकि रविदासिया लोहार सुतार होने के बावजूद खुद को हिंदू समझते हो तो आप ब्राह्मणाइज हो जाते हो। अब रविदास जी की बात लीजिए। रविदास जी ने राजपूत शतरानी जो थी मीराबाई से लेकर तो जुलाहों से तो लेकर तो तरखानों तक, और तरखानों से लेकर तो जाटों तक, जाटों से लेकर तो वाल्मीकि, तो सारे लोगों को, चमारों को, सहारों को उन्होंने प्रभावित किया। वो सारे समाज के लिए थे। इसीलिए गुरु ग्रंथ साहब में गुरु रविदास जी के वचन है। हमारे गुरु नानक देव जी ने भी, और जो गुरु ग्रंथ साहब है उसमें भी SC ST OBC लोगों के बारे में लिखा गया है। इसलिए उसके झंडे के तले सारे लोग इकट्ठा होना शुरू हुए थे और सिख हो गए। तो कहने का तात्पर्य यह है कि हमको हमारी व्यवस्था को समझना पड़ेगा। हमको हमारा एक विचार एक रखना पड़ेगा। ब्राह्मण बनियाओं का विचार और हमारा विचार एक नहीं है, लेकिन वो हमको जब हिंदू बनाते हैं हम उनका वोट बैंक बन जाते हैं, सत्ता उनकी आ जाती है।
आज भी जिस राम मंदिर के लिए ब्राह्मण बनियाओं ने सारे हिंदुओं को, SC ST OBC को इकट्ठा किया, आज अब देख रहे हैं कि 22 पब्लिक सेक्टर यूनिट्स जो है, जो नेशनलाइज थी, उनका प्राइवेटाइजेशन करने की प्रक्रिया शुरू हो गई है। यानी प्राइवेट हाथों को, यानी बनियाओं को बेचने की प्रक्रिया शुरू हो गई है। बाबा साहब ने हमारा जो रिजर्वेशन दिया था SC ST OBC को, उनको नत्थी करने की प्रक्रिया शुरू कर दी है। प्राइवेटाइजेशन का मतलब है कि रिजर्वेशन खत्म होना। तो ये वो कर रहे हैं। क्या हम हमारी व्यवस्था को समझते हैं? तो हमारी व्यवस्था अगर हम समझेंगे नहीं, हमारे बहुजन समाज की निर्मित का काम हम नहीं करेंगे, तो हम इकट्ठा आ नहीं सकते। आप भले ही रविदासिया हो सकते हो, वाल्मीकि हो सकते हो, बोधी हो सकते हो, अंबेडकरी हो सकते हो, कोई क्षत्रिय चमार हो सकता है, कोई क्षत्रिय लोहार, क्षत्रिय कुमार हो सकता है, लेकिन आप बहुजन समाज नहीं हो सकते और आपकी व्यवस्था नहीं होगी। इसके लिए यूनिटी चाहिए, तो विचार एक होना जरूरी है। और वो विचार क्या है? गुरु रविदास जी का विचार है, वो हमारे सदगुरु कबीर जी का विचार है, वो गुरु नानक देव जी का विचार है, वो बाबा साहब का विचार है, वो उन सारे हमारे महापुरुषों का विचार है जिन्होंने हमारी बात की थी। और उन्होंने ब्राह्मणों को उसमें से अवॉइड किया, क्योंकि ब्राह्मण अंग्रेज आए तो उनके नीचे लग गए, मुसलमान आए उनके नीचे लग गए, और वो अपने उनके दीवान और उनके मंत्री बनते रहे, और हमारी जनता को उन्होंने छोड़ दिया। लेकिन हमारे महापुरुषों ने सभी की बात की है। तो इसीलिए हमारे महापुरुषों के रास्ते पर चलने के लिए विचार और कौम बनाने की प्रक्रिया को गतिमान करना पड़ेगा। ये जो विचारपीठ है जहां हम बैठते हैं, ये उसी का एक माध्यम है, और वो बात हम बार-बार करते हैं। मैं ਤੁਹਾਡੀ ਗੱਲ ਦੇ ਵਿੱਚ ਗੱਲ ਕਰਦਾ ਕਿ ਮੇਰੇ ਖਿਆਲ 6-7 ਹਫ਼ਤੇ ਤੋਂ ਆਪਾਂ ਵੀ ਇਹੀ ਗੱਲ ਕਰਦੇ ਆ ਰਹੇ ਹਾਂ ਕਿ ਸਾਡੇ ਕੋਲ ਇੱਕ ਐਸੀ ਬੋਡੀ ਹੋਣੀ ਚਾਹੀਦੀ ਹੈ ਜਿਹੜੀ ਕਿ ਇਹ ਇੰਗਲੈਂਡ ਦੇ ਵਿੱਚ ਕੋਈ ਕੰਮ ਐਸਾ ਕਰੇ ਜਿਸ ਤਰ੍ਹਾਂ ਕਿ UK ਸਭਾ ਕੰਮ ਕਰਦੀ ਹੈ। ਮੈਂ ਇਹ ਨਹੀਂ ਕਹਿੰਦਾ ਵੀ ਉਹਨੂੰ ਭੰਗ ਕੀਤਾ ਜਾਵੇ, ਨਾ ਹੀ ਉਸ ਨੂੰ ਹੋਰ ਵਧਾ ਲਿਆ ਜਾਣਾ ਚਾਹੀਦਾ ਹੈ। ਕੀ ਖਿਆਲ ਹੈ ਆਪਾਂ ਇਹ ਗੱਲ ਜਿਹੜੀ ਕਰਦੇ? बेशक मुझे ऐसा लगता है कि सिर्फ कोई घटना अगर इंडिया में हो जाती है तो उसके लिए खड़े होकर प्रेशर ग्रुप करने के बजाय एक कायम इंटरनेशनली, देखिए ना, हम जो है ना अनिवासी भारतीयों का जो डियास्पोरा है, हम यहाँ तो आ गए, लेकिन यहाँ भी हमारी जाति की गंदगी साथ में लेकर आए हैं। तो चलो इस जाति के जो रोग है इसी को हमारी ताकत बनाते हैं, और जो जो जातियाँ ब्राह्मण बनियाओं से व्यतिरिक्त है, जो बहुजन समाज बनाती है, उन लोगों को इकट्ठा लेने का कार्यक्रम चलाया जाए। उसके लिए सारे समूहों को इकट्ठा लेकर यह एक प्रेशर ग्रुप बनाया जाए, ताकि कभी किसी हमारे अभी तरबेज अंसारी की हत्या हुई है, मैं चाहता हूँ कि हमारे मुसलमान भाई भी साथ में आए। मुसलमान कौन है? आपने थोड़ी देर पहले सवाल किया कि भाई हम मजहब क्यों चेंज करते हैं। अरे ये जितने मुसलमानों बन रहे हैं भारत में, वो सारे हमारे मुसलमान हैं। वो थोड़ी ना सैयद है, वो थोड़ी ना अशरफ है, वो थोड़ी ना ब्राह्मणों से बने हुए मुसलमान है। हमारा आदमी अंसारी जुलाहा था, कबीर जी के जैसे वो जुलाहा थे। तो वो जब मुसलमान बने फिर भी उन्हें मार रहे हो। वो पहलू खान जो मर गया वो कौन था? वो कसाई था, वो हमारा था। हमारे वो हमने मजहब चेंज करने के बाद भी हमको छोड़ नहीं रहे। और हम हैं कि हम बस थोड़ी सी कुछ मिल जाए, सत्ता मिल जाए, थोड़ा नाम मिल जाए, थोड़े पैसे मिल जाए, हम अलग अलग करना शुरू कर देते हैं, और वो हमारे हवा भरते रहते हैं। हमको समझना पड़ेगा। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਿਹੜੀ ਵੀ ਅੱਜ ਜਿੰਨਾ ਵੀ ਵਿਚਾਰ ਹੋਇਆ ਆ, ਜਿਹੜਾ ਨਿਚੋੜ ਦੇ ਉੱਤੇ ਆ, ਜਿੱਦਾਂ ਕਿ ਜਿਹੜੀ ਸਾਡੇ ਉੱਤੇ ਫਿਰ ਗਾਜ ਗਿਰਦੀ ਆ, ਸਾਡੇ ਤੇ ਕਿਉਂ ਆ? ਦੇਖੋ ਜੀ, ਇਹਦੇ ਵਿੱਚ ਮੈਂ ਇੱਕ ਆਪਣੇ ਵੱਲੋਂ ਇੱਕ ਗੱਲ ਐਡ ਕਰਨਾ ਚਾਹੁੰਦਾ। ਜਿੱਦਾਂ ਭੈਣ ਰਤੂ ਜੀ ਨੇ ਕਿਹਾ ਵੀ ਅਸੀਂ ਇਕੱਠੇ ਕਿਉਂ ਨਹੀਂ ਹੁੰਦੇ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਜਦੋਂ ਅਸੀਂ ਮੈਮੋਰੈਂਡਮ ਲੈ ਕੇ ਹਾਈ ਕਮਿਸ਼ਨ ਤੇ ਗਏ ਸੀ, ਉਸ ਵੇਲੇ ਸਾਰੀਆਂ ਸਭਾ ਸੁਸਾਇਟੀਆਂ ਇਕੱਠੀਆਂ ਸੀ, ਗਈਆਂ ਸਨ। ਮੈਂ ਪਹਿਲੇ ਦੀ ਗੱਲ ਨਹੀਂ ਕਰ ਰਿਹਾ, ਮੈਂ ਹੁਣ 2-3 ਸਾਲ ਦੀ ਜਦੋਂ ਹੋਇਆ ਸੀ ਜੀ, ਉਹਦੇ ਵਿੱਚ ਤੁਹਾਨੂੰ ਪਤਾ ਵੀ ਹਾਈ ਕਮਿਸ਼ਨ ਨੂੰ ਮੈਮੋਰੈਂਡਮ ਜਿਹੜਾ ਨਾ, ਉਹਨਾਂ ਨੇ ਉਹ ਰਿਸੀਵ ਨਹੀਂ ਕੀਤਾ ਜੀ। ਉਹਦੇ ਵਿੱਚ ਮੇਰੀ ਆਪਣੀ ਸੋਚਣੀ ਹੈ, ਗਲਤੀ ਹੋ ਸਕਦਾ, ਸਾਡੀ ਸਾਰਿਆਂ ਨੂੰ ਇੰਨੀ ਆਪੋ ਧਾਪੀ ਪਈ ਹੋਈ ਸੀਗੀ ਨਾ ਵੀ ਉਹਦੇ ਵਿੱਚ ਅਸੀਂ ਮੈਸੇਜ ਹੀ ਨਹੀਂ ਦੇ ਸਕੇ ਉਹਨਾਂ ਨੂੰ। ਅਸੀਂ ਆਪਣਾ ਇੱਕ ਨਾ ਆਪਣੀਆਂ ਰੋਟੀਆਂ ਸੇਕਦੇ ਰਹੇ ਆਪਣੇ ਚੁੱਲ੍ਹੇ 'ਤੇ। ਹੁਣ ਜਿਸ ਤਰ੍ਹਾਂ ਅਸੀਂ ਕਿਹਾ ਵੀ ਜੇ ਅਸੀਂ ਹੁਣ ਵੀ, ਜਿਸ ਤਰ੍ਹਾਂ ਇੱਕ ਵਿਚਾਰ ਆਇਆ ਸਾਹਮਣੇ, ਜੇ ਹਾਈ ਕਮਿਸ਼ਨ ਨੂੰ ਅਸੀਂ ਸਾਰੇ ਜਿੱਥੇ ਵੀ ਸਾਡੇ ਪ੍ਰਧਾਨ ਹਨ, ਸੈਕਟਰੀ ਹਨ, ਉੱਥੇ ਹੀ ਰਹਿਣ, ਉਹਨਾਂ ਤੋਂ ਕੋਈ ਵੀ ਨਹੀਂ ਕਿਹਾ ਜਾ ਸਕਦਾ। ਆਪਣਾ ਇੰਡੀਵਿਜੂਅਲ ਜਿੰਨੇ ਵੀ ਸਾਡੀਆਂ ਸਭਾ ਸੁਸਾਇਟੀਆਂ, ਗੁਰਦੁਆਰੇ ਹਨ, ਮੰਦਰ ਹਨ, ਜਿੰਨੇ ਵੀ ਹਨ, ਇਹਨਾਂ ਤੋਂ ਉੱਪਰ ਉੱਠ ਕੇ ਗੱਲ ਕਰਨੀ, ਇਹਨਾਂ ਤੋਂ ਉੱਪਰ ਉੱਠ ਕੇ ਇੱਕ ਸਾਡੀ ਸਾਰੀ ਕਮਿਊਨਿਟੀ ਦੀ ਇੱਕ ਸਾਂਝੀ, ਇੱਕ ਸਾਡੇ ਤੇ ਇੱਕ ਨਾ ਜਿਹੜੀ ਕੀ ਹੈ ਬੋਡੀ ਹੋਣੀ ਚਾਹੀਦੀ ਆ। ਹੁਣ ਵੀ ਜਿਹੜਾ ਸਾਡੇ ਦਿੱਲੀ ਦੇ ਵਿੱਚ ਇਹ ਮਸਲਾ ਖੜਾ ਹੋਇਆ, ਅਸੀਂ ਸਾਰੇ ਆਪਣੇ ਵੱਲੋਂ ਮੈਮੋਰੈਂਡਮ ਲੈ ਕੇ ਅਸੀਂ ਇਕੱਠੇ ਹੋ ਕੇ ਸਾਰੇ ਹੀ ਹਾਈ ਕਮਿਸ਼ਨ ਨੂੰ ਪਹੁੰਚਾ ਸਕਦੇ ਹਾਂ। ਹਾਈ ਕਮਿਸ਼ਨ ਦੇ ਇਹ ਪੈਰਾ ਬਣੇ ਵੀ ਜਿਹੜੀਆਂ ਸਭਾ ਸੁਸਾਇਟੀਆਂ ਸਾਰੀਆਂ ਹੀ ਤੁਸੀਂ ਆਪਣੇ ਲੈਟਰ ਹੈਡ ਪੈਡ 'ਤੇ, ਇਹ ਕਿਸੇ ਹੋਰ ਅੰਬਰੇਲਾ ਬੋਡੀ ਦੇ ਹੇਠਾਂ ਨਹੀਂ, ਤੁਸੀਂ ਜਿੱਥੇ ਜਿਹੜੀ ਆਰਗੇਨਾਈਜੇਸ਼ਨ ਤੁਹਾਡੀ ਹੈ ਉਹਦੇ ਜਿਹੜਾ ਤੁਹਾਡਾ ਲੈਟਰ ਪੈਡ ਆ, ਤੁਹਾਡੀ ਆਰਗੇਨਾਈਜੇਸ਼ਨ ਹੈ, ਛੋਟੀ ਆ ਵੱਡੀ ਆ, ਛੋਟਾ ਗੁਰਦੁਆਰਾ ਵੱਡਾ, ਚਲੇ ਜਾਣੇ ਚਾਹੀਦੇ ਸੀ, ਅੱਜ ਤੱਕ ਜਾਣੇ ਚਾਹੀਦੇ। ਹੁਣ ਵੀ ਹੱਲ ਵੀ ਲੇਟ ਨਹੀਂ, ਹੁਣ ਵੀ ਲੇਟ ਨਹੀਂ, ਹੁਣ ਵੀ ਅਸੀਂ ਸਾਰੇ ਇਕੱਠੇ, ਮੇਰਾ ਖਿਆਲ ਸਾਰੇ ਸੁਣਦੇ ਹੋਣਗੇ, ਸਾਰਿਆਂ ਨੂੰ ਇੱਕ ਮੈਸੇਜ ਗਿਆ। ਅਸੀਂ ਮੈਸੇਜ ਦੇ ਕੇ ਅਸੀਂ ਕਹਿੰਦੇ ਵੀ ਅਸੀਂ ਇੱਕ ਸਾਰਿਆਂ ਨੂੰ ਇੱਕ ਮੈਸੇਜ ਦੇ ਰਹੇ ਹਾਂ, ਇਕੱਠੇ ਹੋ ਕੇ
ਆਪਾਂ ਕੋਈ ਡੇਟ ਮਿਕਸ ਕਰਕੇ ਸਾਰੇ ਉੱਤੇ ਜਾ ਕੇ ਹਾਈ ਕਮਿਸ਼ਨ ਤੋਂ ਟਾਈਮ ਲਾ ਕੇ ਉਹਨੂੰ ਅਸੀਂ ਮੈਮੋਰੈਂਡਮ ਦੇ ਸਕੀਏ। ਉਹ ਮੈਮੋਰੈਂਡਮ ਜਿਹੜਾ ਕਿ ਸਾਡੇ ਉੱਤੇ ਇੰਡੀਆ ਭਾਰਤ ਦੇਸ਼ ਵਿੱਚ ਜਾਂਦਾ। ਦੂਜੀ ਗੱਲ ਤੁਸੀਂ ਜਿਹੜੀ ਹੁਣੀ ਕੀਤੀ ਵੀ ਸਾਡੇ ਨੇਤਾ ਇਹ ਹੰਸਰਾਜ ਜੀ ਹੰਸ ਤੇ ਆਪਣੇ ਚੌਧਰੀ ਸਾਹਿਬ ਉਹ ਉੱਥੇ ਗਏ, ਉਹਦੇ 'ਚ ਕੋਈ ਸ਼ੱਕ ਨਹੀਂ। ਉਹਨਾਂ ਨੇ ਇੱਕ ਇਹ ਕਿਹਾ ਵੀ ਲਓ ਜੀ ਅਸੀਂ ਉੱਥੇ ਜਾ ਕੇ ਆਉਂਦੇ ਹਾਂ, ਜਾ ਕੇ ਕਹਿ ਦਿਆ ਵੀ ਅਸੀਂ ਉੱਥੇ ਗਏ ਸੀ, ਪਰ ਉਹ ਜਾਣਾ ਹੀ ਸਿਰਫ ਇੰਨੀ ਵੱਡੀ ਗੱਲ ਨਹੀਂ, ਉੱਥੇ ਆਪਣੇ ਮੂੰਹ ਦਿਖਾ ਲੈਣਾ ਜੀ ਮੈਂ ਇੱਥੇ ਗਿਆ ਸੀ, ਮੈਂ ਉੱਥੇ ਗਿਆ ਸੀ, ਮੈਂ ਨਾਲ ਆ ਜੀ ਮੈਂ ਤੁਹਾਡੇ ਨਾਲ ਆ। ਪਰ ਉਹ ਜਿਹੜਾ ਮੈਸੇਜ ਉਹ ਡਰਦੇ ਡਰਦੇ ਭਾਵਾਂ ਦੇ ਇੱਕ ਮੈਸੇਜ ਵੀ ਹਾਈ ਕਮਿਸ਼ਨ ਦੇ ਉੱਥੇ ਨਹੀਂ, ਹਾਈ ਕਮਿਸ਼ਨ ਨੇ ਸੌਰੀ ਪ੍ਰਾਈਮ ਮਿਨਿਸਟਰ ਦੇ ਟੇਬਲ ਤੇ ਜਾਣਾ ਚਾਹੀਦਾ ਵੀ ਭਾਈ ਇਹ ਅਤਿਆਚਾਰ ਹੋ ਰਿਹਾ, ਆਓ ਇਹ ਇਕੱਠੇ ਹੋ ਕੇ ਕੰਮ ਕਰੀਏ। ਇਹ ਉਹ ਜਿਹੜੇ ਕਮਿਊਨਿਟੀ ਨੇ ਤੁਹਾਨੂੰ ਅੱਗੇ ਭੇਜਿਆ, ਚਾਹੇ ਕੋਈ ਵੀ ਸਾਡਾ ਦਿੱਤਾ ਹੈ, ਉਹਨਾਂ ਨੇ ਤੁਹਾਨੂੰ ਪੁੱਛਣਾ ਜ਼ਰੂਰ ਆ। ਇਸ ਕਰਕੇ ਆਓ ਅਸੀਂ ਹਰ ਨਾਲ ਇਕੱਠੇ ਮਾਰੀਏ ਤੇ ਗੱਲ ਬਣਦੀ। ਧੰਨਵਾਦ ਜੀ ਚੌਹਾਨ ਜੀ ਤੁਹਾਡਾ। ਤੇ ਜਿਸ ਤਰ੍ਹਾਂ ਕਿ ਮੈਂ ਦੱਸਿਆ 7 ਜੁਲਾਈ ਐਤਵਾਰ ਵਾਲੇ ਦਿਨ 11 ਵਜੇ ਮੀਟਿੰਗ ਜਿਹੜੀ ਆ ਸਤਿਗੁਰੂ ਦਾਸ ਮੰਦਰ ਜਿਹੜਾ ਤੁਗਲਕਾ ਬਾਗ ਆ ਉੱਥੇ ਦਿੱਲੀ ਦੇ ਵਿੱਚ ਮੀਟਿੰਗ ਬੁਲਾਈ ਗਈ ਹੈ, ਜਿੱਥੇ ਸਾਰਾ ਸਾਧੂ ਸਮਾਜ ਸੰਤ ਔਰ ਹੋਰ ਜਥੇਬੰਦੀਆਂ ਜਿੰਨੀਆਂ ਵੀ ਆ ਉਹ ਇੰਡੀਆ ਦੇ ਵਿੱਚ ਹਨ, ਹੋ ਸਕਦਾ ਬਾਹਰੋਂ ਵੀ ਲੋਕ ਜਾਣ। ਤੇ ਸਾਡਾ ਵੀ ਜੇ ਫਰਜ਼ ਬਣਦਾ ਜੇ ਕਿਸੇ ਮੇਰੇ ਭੈਣ ਭਰਾ ਕੋਲ ਟਾਈਮ ਹੈ ਜੋ ਸਭਾ ਸੋਸਾਇਟੀਆਂ ਦੇ ਨੁਮਾਇੰਦੇ ਹਨ ਉਹ ਵੀ ਉੱਥੇ ਐਤਵਾਰ ਨੂੰ ਕੋਈ ਦੂਰ ਨਹੀਂ ਹੈਗਾ, ਲਾਗੇ ਵੀ ਨਹੀਂ ਹੈਗਾ, ਦੂਰ ਵੀ ਨਹੀਂ। ਸਵੇਰੇ ਜਾਓ ਤਾਂ ਕੱਲ੍ਹ ਦੂਏ ਦਿਨ ਤੁਸੀਂ ਲੰਡਨ ਵਾਪਸ ਆ ਸਕਦੇ ਆ। ਇੱਕ ਦਿਨ ਦੇ ਲਈ ਇੱਕ ਦਿਨ ਕੱਢ ਲੈਣਾ ਚਾਹੀਦਾ ਸਾਨੂੰ ਉੱਥੇ ਜਾਣ ਦੇ ਲਈ, ਤੇ ਤਾਂ ਕਿ ਜਾ ਕੇ ਜਿਹੜਾ ਉਹਦੇ ਵਿੱਚ ਵੀ ਆਪਾਂ ਹਿੱਸਾ ਬਣ ਸਕੀਏ, ਤਾਂ ਕਿ ਉਹਨਾਂ ਲੋਕਾਂ ਨੂੰ ਵੀ ਇਹ ਪਤਾ ਲੱਗੇ ਕਿ ਜਿਹੜੇ ਲੋਕ ਬਾਹਰ ਰਹਿੰਦੇ ਆ ਉਹ ਬਾਹਰ ਜ਼ਰੂਰ ਆ, ਉਹ ਬਾਹਰ ਜ਼ਰੂਰ ਆ, ਦਿਲ ਉਹਨਾਂ ਦੇ ਇੱਥੇ ਧੜਕਦੇ ਆ ਔਰ ਆਪਣੇ ਗੁਰੂਆਂ ਲਈ, ਆਪਣੇ ਮਹਾਂਪੁਰਸ਼ਾਂ ਲਈ, ਆਪਣੇ ਪੀਰਾਂ ਪੈਗੰਬਰਾਂ ਦੇ ਲਈ ਉਹ ਵਚਨਬੱਧ ਹਨ ਔਰ ਉਹਨਾਂ ਲਈ ਕੌਮ ਲਈ ਆਪਣੇ ਲਈ ਕੰਮ ਕਰਨ ਲਈ ਜਜ਼ਬੇ ਹਨ। ਹਾਂਜੀ डॉक्टर जी लास्ट देते हैं मैसेज फ्यू सेकंड प्लीज। मेरा मैसेज ये रहेगा कि जो भी दर्शक ये सुन रहे हैं उन लोगों को चाहिए कि वो सिर्फ अपने अपने कम्युनिटीज़ में रहे के अलावा उसके बाहर जाकर बाकी के लोगों से मिले और बहुजन समाज बनाने की जो प्रक्रिया है, जो एक उधार और बाकी की प्रक्रिया उसको पूरा करने के लिए सारे तन मन धन से काम करें। हमें वी हैव टू रीच आउट द कम्युनिटीज़ एंड द पीपल अदर देन योर ओन कम्युनिटी। रविदासियों को चाहिए कि वाल्मीकि के पास में जाए, वाल्मीकि रविदासियों को चाहिए कि चमारों लोहारों के साथ में, तरखानों के साथ में और सुतारों के साथ में जाकर काम करें। और देखो जी ये सानू मौका मिला, कहते हैं कुछ लोग बदलते हैं ज़माने के साथ, कुछ लोग जमाने को बदल देते हैं। आओ ਅਸੀਂ ਇਹੋ ਜਿਹਾ ਕੰਮ ਕਰੀਏ ਕਿ ਇੱਕ ਜਿਹੜਾ ਬਹਾ ਜਾਂਦਾ ਉਹਦੇ ਨਾਲ ਰਲ ਕੇ ਅਸੀਂ ਆਪਣਾ ਜਿਹੜਾ ਆਪਾਂ ਨੂੰ ਗੋਦੀਏ, ਜਿਹੜਾ ਕੋਈ ਅਸੀਂ ਵਧੀਆ ਮੈਸੇਜ ਜੇ ਅਸੀਂ ਕਮਿਊਨਿਟੀ ਨੇ ਸਾਨੂੰ ਅੱਗੇ ਲਿਆਂਦਾ, ਆਓ ਅਸੀਂ ਕਮਿਊਨਿਟੀ ਦਾ ਸਾਥ ਦੇਈਏ। ਧੰਨਵਾਦ ਜੀ ਚੌਹਾਨ ਜੀ। ਤੇ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਫੇਸਬੁੱਕ ਤੇ ਵੀ YouTube ਤੇ ਵੀ ਤੁਸੀਂ ਬਾਅਦ ਚ ਦੇਖ ਸਕਦੇ ਹੋ। ਤੇ ਅਗਲੇ ਹਫਤੇ ਤੱਕ ਇਜਾਜ਼ਤ ਦਿਓ, ਜਿੰਦੇ ਰਹੇ ਤਾਂ ਫਿਰ ਮਿਲਾਂਗੇ। ਰੱਬ ਰੱਖਾ। ਜੈ ਗੁਰਦੇਵ, ਧੰਨ ਗੁਰਦੇਵ।